ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ 49ਵੇਂ ਐਪੀਸੋਡ ਦੇ ਵਿੱਚ ਆਪਾਂ ਸ਼ਾਇਰੀ ਦੀ ਮਹਿਫਿਲ ਦੇ ਰੂਪ ਦੇ ਵਿੱਚ ਜੁੜ ਰਹੇ ਹਾਂ। ਸਿਰਜਣਾਤਮਕ ਸਿੱਖਿਆ ਸੰਸਾਰ ਨੂੰ ਇਸ ਗੱਲ ਤੇ ਮਾਣ ਹੈ ਕਿ ਇਸ ਨੇ ਆਪਣੇ ਗਰੁੱਪ ਦੇ ਮੈਂਬਰਾਂ ਦੇ ਵਿੱਚ, ਆਪਣੇ ਅਧਿਆਪਕ ਸਹਿਬਾਨਾਂ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚਿਣਗਾਂ ਵੀ ਲਾਈਆਂ ਨੇ ਤੇ ਜਿਨ੍ਹਾਂ ਦੇ ਪਹਿਲਾਂ ਚਿਣਗਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਪ੍ਰੈਜ਼ੈਂਟ ਵੀ ਕੀਤਾ ਹੈ। ਤੇ ਅਧਿਆਪਕ ਕਵੀ ਦਰਬਾਰ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ। ਕਦੇ ਦੌਰ ਹੁੰਦਾ ਸੀ ਕਿ ਅਧਿਆਪਕਾਂ ਦੇ ਵਿੱਚ ਬਹੁਤ ਥੋੜੇ ਲੋਕ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਇਸ ਕਿਸਮ ਦੀ ਕਲਾਤਮਕ ਪ੍ਰਤਿਭਾ ਹੁੰਦੀ ਸੀ ਤੇ ਸਾਨੂੰ ਉਹ ਲੋਕ ਬਹੁਤ ਮੁਸ਼ਕਲ ਨਾਲ ਲੱਭਣੇ ਪੈਂਦੇ ਸੀ। ਪਰ ਹੁਣ ਬਹੁਤ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਸਾਡੇ ਅਧਿਆਪਕ ਵਰਗ ਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ, ਬਹੁਤ ਸਾਰੇ ਅਦੀਬ ਨੇ, ਵੱਖ-ਵੱਖ ਕਲਾਵਾਂ ਨਾਲ ਜੁੜੇ ਹੋਏ ਲੋਕ ਨੇ ਤੇ ਅਸੀਂ ਇਸ ਪਲੇਟਫਾਰਮ ਰਾਹੀਂ ਉਹਨਾਂ ਸਾਰੇ ਵੱਖ-ਵੱਖ ਕਲਾਵਾਂ ਨਾਲ ਜੁੜੇ ਲੋਕਾਂ ਨੂੰ ਵੱਖ-ਵੱਖ ਸਮੇਂ ਤੇ ਰੂਬਰੂ ਕਰਦੇ ਹਾਂ। ਸੈਟਰਡੇ ਦਾ ਇਹ ਸਮਾਂ ਸਾਡੇ ਲਈ ਬੜਾ ਸਿਰਜਣਾਤਮਕ ਹੁੰਦਾ ਹੈ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਤੇ ਅੱਜ ਜੋ 8 ਸ਼ਾਇਰ ਸਾਡੇ ਨਾਲ ਨੇ, ਜੋ ਅਧਿਆਪਕ ਵੀ ਨੇ ਤੇ ਸ਼ਾਇਰ ਵੀ ਨੇ। ਅਧਿਆਪਕ ਹੋਣਾ ਆਪਣੇ ਆਪ ਦੇ ਵਿੱਚ ਸਿਰਜਣਾਤਮਕ ਹੋਣਾ ਹੁੰਦਾ ਹੈ, ਪਰ ਜੇ ਕੋਈ ਅਧਿਆਪਕ ਦੇ ਨਾਲ-ਨਾਲ ਕਵੀ ਵੀ ਹੈ, ਸ਼ਾਇਰ ਵੀ ਹੈ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਉਹ ਬਹੁਤ ਸੈਂਸਿਟਿਵ ਤੇ ਬਹੁਤ ਸੰਵੇਦਨਸ਼ੀਲ ਬੰਦਾ ਹੁੰਦਾ ਹੈ ਜਿਹੜਾ ਅਧਿਆਪਕ ਹੁੰਦਾ ਤੇ ਅਧਿਆਪਕ ਹੋਣ ਦੇ ਨਾਲ-ਨਾਲ ਸ਼ਾਇਰ ਹੁੰਦਾ ਹੈ। ਮੈਂ ਸਭ ਤੋਂ ਪਹਿਲਾਂ ਸਾਡੀ ਸਮੁੱਚੀ ਐਡਮਿਨ ਟੀਮ ਵੱਲੋਂ, ਜਿਨ੍ਹਾਂ ਦੇ ਵਿੱਚੋਂ ਗੁਰਨੈਬ ਮੰਘਾਣੀਆਂ ਸਾਡੇ ਨਾਲ ਨੇ, ਜਿਨ੍ਹਾਂ ਦੇ ਵਿੱਚੋਂ ਡਾਕਟਰ ਇੰਦਰਪ੍ਰੀਤ ਧਾਮੀ ਹੋਰੀ ਸਾਡੇ ਨਾਲ ਨੇ, ਮੈਡਮ ਰੁਪਿੰਦਰ ਸਾਡੇ ਨਾਲ ਨੇ, ਬਾਕੀ ਸਾਡੀ ਜਿਹੜੀ ਐਡਮਿਨ ਟੀਮ ਹੈ ਉਹ ਜਲਦੀ ਸਾਡੇ ਨਾਲ ਸ਼ਾਮਲ ਹੋ ਰਹੀ ਹੈ। ਉਹਨਾਂ ਸਾਰਿਆਂ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਬਲਜੀਤ ਪਾਲ ਹੋਰਾਂ ਦੀ ਇੱਕ ਗਜ਼ਲ ਦੇ ਕੁਝ ਸ਼ੇਰ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਬਲਜੀਤ ਪਾਲ ਹੋਰੀ, ਇਹਨਾਂ ਦੀ ਨਵੀਂ ਕਿਤਾਬ ਆਪਣੇ ਤੋਂ ਜੁਦਾ, ਉਹਦੇ ਵਿੱਚ ਇਹ ਲਿਖਦੇ ਨੇ ਕਿ ਕੀ ਕਰਨਾ ਤੇ ਕੀ ਕਹਿਣਾ ਹੈ ਇਸ ਦੀ ਸਾਰ ਨਾ ਲੱਗੇ, ਲਿਖਣਾ ਹੈ ਜਾਂ ਚੁੱਪ ਰਹਿਣਾ ਹੈ ਇਸ ਦੀ ਸਾਰ ਨਾ ਲੱਗੇ, ਕੌੜ ਕੁਸੈਲਾ ਹੋਇਆ ਹੈ ਹੁਣ ਸਾਰਾ ਹੀ ਚੌਗਿਰਦਾ, ਕਿੱਥੇ ਖੜਨਾ ਜਾ ਬਹਿਣਾ ਹੈ ਇਸ ਦੀ ਸਾਰ ਨਾ ਲੱਗੇ, ਰਾਹਾਂ ਦੇ ਵਿੱਚ ਉੱਗ ਆਏ ਨੇ ਝਾੜ ਬਰੂਟੇ ਕਿੰਨੇ, ਬਚ ਕੇ ਲੰਘਾ ਜਾ ਖਹਿਣਾ ਹੈ ਇਸ ਦੀ ਸਾਰ ਨਾ ਲੱਗੇ। ਦੋਸਤੋ, ਸੱਚਮੁੱਚ ਸਮਾਂ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਸਾਡੇ ਆਲੇ ਦੁਆਲੇ ਬਹੁਤ ਕੁਝ ਚੰਗਾ ਮਾੜਾ ਵਾਪਰ ਰਿਹਾ ਹੈ ਤੇ ਉਸ ਚੰਗੇ ਮਾੜੇ ਦੇ ਦਰਮਿਆਨ ਲੇਖਕ ਨੇ ਤੇ ਅਧਿਆਪਕ ਨੇ ਆਪਣੀ ਸੰਵੇਦਨਾ ਦੇ ਨਾਲ ਬਹੁਤ ਕੁਝ ਚੁਣਨਾ ਹੁੰਦਾ ਹੈ ਤੇ ਬਹੁਤ ਕੁਝ ਨੂੰ ਰੱਦ ਕਰਨਾ ਹੁੰਦਾ ਹੈ। ਸ਼ਾਇਰ ਹੋਣਾ ਤੇ ਅਧਿਆਪਕ ਹੋਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਕੁਝ ਚੁਣਨਾ ਹੁੰਦਾ ਤੇ ਬਹੁਤ ਕੁਝ ਰੱਦ ਕਰਨਾ ਹੁੰਦਾ ਹੈ। ਸੋ ਮੇਰੇ ਨਾਲ ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਕੁਝ ਬਹੁਤ ਪ੍ਰਸਿੱਧ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਨਾਂ ਕਮਾਇਆ ਹੋਇਆ ਕਵਿਤਾ ਦੇ ਖੇਤਰ ਦੇ ਵਿੱਚ, ਕੁਝ ਬਹੁਤ ਨਵੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਅਜੇ ਕਵਿਤਾ ਦੇ ਖੇਤਰ ਦੇ ਵਿੱਚ ਮੁੱਢਲੇ ਪੈਰ ਧਰੇ ਨੇ, ਜਿਨ੍ਹਾਂ ਨੇ ਅਜੇ ਨਾਂ ਕਮਾਉਣਾ ਹੈ। ਜਿਹੜੀਆਂ ਪ੍ਰਸਿੱਧ ਸ਼ਖਸੀਅਤਾਂ ਸਾਡੇ ਨਾਲ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤਾਰਫ ਕਰਾਉਣਾ ਚਾਹੁੰਦਾ ਅਮਰਜੀਤ ਕੌਂਕੇ ਹੋਰਾਂ ਦਾ। ਅਮਰਜੀਤ ਕੌਂਕੇ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸਰ, ਸ਼ੁਕਰੀਆ, ਧੰਨਵਾਦ ਤੁਹਾਡਾ ਬਹੁਤ-ਬਹੁਤ। ਹੋਰਾਂ ਦਾ ਬਹੁਤ ਵੱਡਾ ਨਾਂ ਹੈ ਪੰਜਾਬੀ ਕਵਿਤਾ ਦੇ ਵਿੱਚ, ਇਕੱਲਾ ਪੰਜਾਬੀ ਕਵਿਤਾ ਦੇ ਵਿੱਚ ਨਹੀਂ, ਅਨੁਵਾਦ ਦੇ ਵਿੱਚ ਬਹੁਤ ਵੱਡਾ ਨਾਂ ਹੈ। ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ ਕਵਿਤਾ ਦੀਆਂ ਤੇ ਉਹਨਾਂ ਕਿਤਾਬਾਂ ਦੇ ਉੱਤੇ ਅੱਗੇ ਫਿਰ ਬਹੁਤ ਸਾਰੀਆਂ ਆਲੋਚਨਾ ਦੀਆਂ ਕਿਤਾਬਾਂ ਵੀ ਆਈਆਂ ਨੇ ਤੇ ਅਨੁਵਾਦ ਦੇ ਖੇਤਰ ਦੇ ਵਿੱਚ ਇਹਨਾਂ ਦਾ ਰਾਸ਼ਟਰੀ ਪੱਧਰ ਦਾ ਕੰਮ ਹੈ। ਅਨੁਵਾਦ ਦੇ ਖੇਤਰ ਦੇ ਵਿੱਚ ਇਹਨਾਂ ਦੀਆਂ ਆਪਦੀਆਂ ਕਵਿਤਾਵਾਂ ਤਾਂ ਅਨੁਵਾਦ ਹੁੰਦੀਆਂ ਹੀ ਨੇ, ਪਰ ਬਹੁਤ ਸਾਰੇ ਦੂਜੀਆਂ ਭਾਸ਼ਾਵਾਂ ਦੇ ਕਵੀਆਂ ਨੂੰ ਪੰਜਾਬੀ 'ਚ ਅਨੁਵਾਦ ਕਰਕੇ ਸਾਨੂੰ ਨਵਾਂ ਸਾਹਿਤ ਨੂੰ ਪੜ੍ਹਨ ਨੂੰ ਦਿੰਦੇ ਨੇ। ਸੋ ਕੌਂਕੇ ਸਾਹਿਬ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਤੋਂ ਬਾਅਦ ਸਾਡੇ ਕੋਲੇ ਸਥਾਪਤ ਸ਼ਾਇਰਾਂ ਦੇ ਵਿੱਚ ਬਲਜੀਤ ਪਾਲ ਜੀ ਨੇ, ਜਿਨ੍ਹਾਂ ਦੀਆਂ 3 ਕਿਤਾਬਾਂ ਸ਼ਾਇਰੀ ਦੀਆਂ ਆ ਚੁੱਕੀਆਂ ਨੇ। ਆਪਣੇ ਤੋਂ ਜੁਦਾ ਕਿਤਾਬ ਹੁਣ ਮੇਰੇ ਹੱਥਾਂ ਦੇ ਵਿੱਚ ਹੈ, ਜਿਹਦੇ ਵਿੱਚੋਂ ਮੈਂ ਇੱਕ ਸ਼ੇਰ ਤੁਹਾਡੇ ਸਾਹਮਣੇ ਸਾਂਝਾ ਕੀਤਾ ਹੈ। ਬਲਜੀਤ ਪਾਲ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਇਹਨਾਂ ਤੋਂ ਇਲਾਵਾ ਸਾਡੇ ਨਾਲ ਨੇ ਜਸਵਿੰਦਰ ਧਰਮਕੋਟ, ਜਿਹੜੇ ਬਹੁਤ ਘੱਟ ਲਿਖਦੇ ਨੇ ਪਰ ਬਹੁਤ ਕਮਾਲ ਦਾ ਲਿਖਦੇ ਨੇ। ਇਹਨਾਂ ਕੋਲੇ ਕਵਿਤਾ ਦੀ ਬਹੁਤ ਜ਼ਿਆਦਾ ਸਮਝ ਹੈ, ਕਵਿਤਾ ਦੀ ਬਹੁਤ ਜ਼ਿਆਦਾ ਸੰਵੇਦਨਾ ਹੈ। ਜਸਵਿੰਦਰ ਧਰਮਕੋਟ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਨਵੇਂ ਸ਼ਹਿਰਾਂ ਦੇ ਵਿੱਚੋਂ ਸਾਡੇ ਨਾਲ ਨੇ ਮੈਡਮ ਮੀਨਾ ਮਹਿਰੋ, ਜਿਹੜੇ ਪਿਛਲੇ ਸਮੇਂ ਤੋਂ ਲਗਾਤਾਰ ਲਿਖ ਰਹੇ ਨੇ, ਲਗਾਤਾਰ ਸੋਸ਼ਲ ਮੀਡੀਆ ਰਾਹੀਂ ਸਾਡੇ ਸਾਹਮਣੇ ਆ ਰਹੇ ਨੇ। ਇਹਨਾਂ ਦੀਆਂ ਕਵਿਤਾਵਾਂ ਤੇ ਬਹੁਤ ਸਾਰੇ ਲੋਕ ਅਕਸਰ ਆ ਕੇ ਟਿੱਪਣੀਆਂ ਕਰਦੇ ਨੇ, ਸੁਣਾਉਂਦੇ ਨੇ ਇਹਨਾਂ ਦੀਆਂ ਕਵਿਤਾਵਾਂ ਨੂੰ। ਇਸੇ ਤਰ੍ਹਾਂ ਹੀ ਮੈਡਮ ਨਿਰਮ ਜੋਸ਼ਨ ਨੇ,
ਇਹ ਵੀ ਪਿਛਲੇ ਸਮੇਂ ਤੋਂ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਹੈ, ਪਰ ਬਹੁਤ ਤੇਜ਼ੀ ਦੇ ਨਾਲ ਆਪਣੀ ਕਵਿਤਾ ਦੇ ਵਿੱਚ ਸੁਧਾਰ ਵੀ ਕਰ ਰਹੇ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਿਖ ਵੀ ਰਹੇ ਨੇ। ਇਸ ਤੋਂ ਇਲਾਵਾ ਮੈਡਮ ਪ੍ਰਜਿੰਦਰ ਕਲੇਰ, ਇਹਨਾਂ ਬਾਰੇ ਵੀ ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਵੀ ਬਹੁਤ ਸੰਵੇਦਨਸ਼ੀਲ ਸ਼ਾਇਰ ਨੇ। ਕੁਝ ਬੰਦੇ ਹੁੰਦੇ ਨੇ ਜਿਹੜੇ ਬਹੁਤ ਤੇਜ਼ੀ ਨਾਲ ਤੇ ਬਹੁਤ ਕਾਲੀ ਨਾਲ ਨਹੀਂ ਲਿਖਦੇ, ਪਰ ਜਿੰਨਾ ਕੁ ਲਿਖਦੇ ਨੇ ਬਹੁਤ ਸ਼ਿੱਦਤ ਨਾਲ ਲਿਖਦੇ ਨੇ। ਮੈਡਮ ਪ੍ਰਜਿੰਦਰ ਕਲੇਰ ਵੀ ਉਹਨਾਂ ਦੇ ਵਿੱਚੋਂ ਨੇ ਜਿੰਨਾ ਕੁ ਮੈਂ ਇਹਨਾਂ ਨੂੰ ਸੁਣਿਆ ਤੇ ਮਾਣਿਆ। ਮੈਡਮ ਅਮਨਦੀਪ ਜੋਗਾ ਵੀ ਨਵੇਂ ਸ਼ਹਿਰਾਂ ਦੇ ਵਿੱਚੋਂ ਇੱਕ ਨੇ, ਹੌਲੀ ਹੌਲੀ ਕਵਿਤਾ ਦੇ ਖੇਤਰ ਦੇ ਵਿੱਚ ਆਪਣੇ ਪੈਰ ਧਰ ਰਹੇ ਨੇ। ਇਸੇ ਤਰ੍ਹਾਂ ਗੁਰਵਿੰਦਰ ਉੱਪਲ ਜਿਹੜੇ ਮਲਟੀ ਟੈਲੈਂਟਡ ਟੀਚਰ ਨੇ, ਬਹੁਤ ਸਾਰੇ ਸਾਡੇ ਗਰੁੱਪ ਦੇ ਮੁਕਾਬਲਿਆਂ ਦੇ ਵਿੱਚ ਪੋਜੀਸ਼ਨਾਂ ਪ੍ਰਾਪਤ ਕਰਦੇ ਨੇ। ਹੁਣੇ ਜਿਹੜਾ ਫੋਟੋ ਕੈਪਸ਼ਨ ਦਾ ਮੁਕਾਬਲਾ ਹੋ ਕੇ ਹਟਿਆ, ਉਹਦੇ ਵਿੱਚੋਂ ਵੀ ਗੁਰਵਿੰਦਰ ਹੋਰਾਂ ਨੇ ਪਹਿਲੀ ਪੋਜੀਸ਼ਨ ਪ੍ਰਾਪਤ ਕੀਤੀ ਹੈ ਇੱਕ ਮੁਕਾਬਲੇ ਦੇ ਵਿੱਚ। ਸੋ ਮੈਂ ਇਹਨਾਂ ਸਾਰੇ ਸ਼ਾਇਰਾਂ ਦਾ ਆਪਣੇ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਤੇ ਅੱਜ ਦੇ ਇਸ ਸ਼ਾਇਰੀ ਦੀ ਮਹਿਫਲ ਦਾ ਜਿਹੜਾ ਸੰਚਾਲਨ ਹੈ ਉਹ ਡਾਕਟਰ ਇੰਦਰਪ੍ਰੀਤ ਧਾਮੀ ਹੋਰੀ ਕਰਨਗੇ। ਡਾਕਟਰ ਇੰਦਰਪ੍ਰੀਤ ਧਾਮੀ ਹੋਰੀ ਆਪ ਬਹੁਤ ਅੱਛੇ ਲੇਖਕ ਨੇ, ਬਹੁਤ ਅੱਛੇ ਆਲੋਚਕ ਨੇ, PhD ਹੈ ਇਹਨਾਂ ਦੀ ਰੇਖਾ ਚਿੱਤਰਾਂ ਦੇ ਉੱਤੇ। ਸੋ ਡਾਕਟਰ ਇੰਦਰਪ੍ਰੀਤ ਧਾਮੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਨੂੰ ਮੈਂ ਸੱਦਾ ਦੇ ਰਿਹਾ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦਾ ਮੰਚ ਸੰਚਾਲਨ ਕਰੋ ਤੇ ਮੈਂ ਤੇ ਅਸੀਂ ਬਾਕੀ ਸਾਰੇ ਤੁਹਾਡੀਆਂ ਕਵਿਤਾਵਾਂ ਨੂੰ ਤੇ ਤੁਹਾਡੀ ਐਂਕਰਿੰਗ ਨੂੰ ਹੁਣ ਮਾਣਾਂਗੇ। ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਿਰਜਕ ਦੋਸਤੋ, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਅੱਜ 49ਵੇਂ ਲਾਈਵ ਪ੍ਰੋਗਰਾਮ ਦੇ ਤਹਿਤ 5ਵਾਂ ਸਾਡਾ ਕਵੀ ਦਰਬਾਰ ਹੈ। ਔਰ ਡਾਕਟਰ ਸਾਹਿਬ ਨੇ ਪਹਿਲੇ ਹੀ ਦੱਸਿਆ ਕਿ ਇਹਦੇ 'ਚ ਸਾਡੇ ਅਧਿਆਪਕ ਕਵੀ ਦਰਬਾਰ ਨੇ, ਜਿੰਨੇ ਵੀ ਸਾਥੀ ਸ਼ਾਮਿਲ ਹੁੰਦੇ ਨੇ ਉਹ ਸਾਰੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਨੇ। ਔਰ ਕੁਝ ਤਾਂ ਸੇਵਾਵਾਂ ਦੇ ਵਿੱਚ ਜਿਵੇਂ ਥੋੜੇ ਸਮੇਂ ਤੋਂ ਆਏ ਨੇ ਤੇ ਕੁਝ ਸਾਡੇ ਅੱਜ ਦੇ ਜਿਹੜੇ ਸਾਥੀ ਨੇ, ਬਲਜੀਤ ਪਾਲ ਜੀ, ਸੇਵਾ ਮੁਕਤ ਹੋ ਚੁੱਕੇ ਨੇ, ਪਰੰਤੂ ਇਹਨਾਂ ਦੀਆਂ ਸਾਹਿਤ ਨਾਲ, ਸਿੱਖਿਆ ਜਗਤ ਨਾਲ ਜੁੜੀਆਂ ਕੋਈ ਨਾ ਕੋਈ ਜਿਹੜੀਆਂ ਆਰਟੀਕਲ ਨੇ ਉਹ ਗਾਹੇ ਅਖਬਾਰਾਂ 'ਚ ਪੜ੍ਹਨ ਨੂੰ ਮਿਲਦੇ ਨੇ। ਸੋ ਇਹਨਾਂ ਦੀ ਜਿਹੜੀ ਆ ਉਹ ਸ਼ਾਇਰੀ ਨੂੰ ਆਪਾਂ ਪੜ੍ਹਾਂਗੇ। ਤੇ ਦੋਸਤੋ, ਅੱਜ ਦੀ ਇਸ ਮਹਿਫਲ ਵਿੱਚ ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰ ਸਵਾਗਤ ਹੈ। ਤੇ ਹਰ ਇੱਕ ਅਦੀਬ ਨੂੰ, ਹਰ ਇੱਕ ਸ਼ਾਇਰ ਨੂੰ 6 ਮਿੰਟ ਦਾ ਸਮਾਂ ਜਿਹੜਾ ਆਪਾਂ ਦਿੱਤਾ ਜਾਵੇਗਾ, ਕਿਉਂਕਿ ਸਮੇਂ ਦੀ ਨਜ਼ਾਕਤ ਆ ਕਿ 1 ਘੰਟੇ ਦੇ ਕਰੀਬ ਆਪਣਾ ਇਹ ਲਾਈਵ ਪ੍ਰੋਗਰਾਮ ਚੱਲਦਾ ਹੈ। ਤੇ ਉਸੇ ਦਰਮਿਆਨ ਹੀ ਤੁਸੀਂ, ਜੇ ਤੁਹਾਡੇ ਕੋਲ ਵੱਡੀ ਕਵਿਤਾ ਹੈ ਤਾਂ ਤੁਸੀਂ ਇੱਕ ਸੁਣਾ ਸਕਦੇ ਹੋ, ਜੇ ਛੋਟੀਆਂ ਤੇ 2 ਜਾਂ 3 ਵੀ ਸੁਣਾਈਆਂ ਜਾ ਸਕਦੀਆਂ ਨੇ। ਤੇ ਉਸ ਤੋਂ ਪਹਿਲਾਂ ਹੀ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਤਾਰੁਫ ਕਰਾ ਸਕਦੇ ਹੋ। ਤੇ ਸਭ ਤੋਂ ਪਹਿਲਾਂ ਮੈਂ ਅੱਜ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸੱਦਾ ਦੇਵਾਂਗਾ ਮੈਡਮ ਅਮਨਦੀਪ ਜੋਗਾ ਹੋਰਾਂ ਨੂੰ। ਮੈਡਮ ਅਮਨਦੀਪ ਜੋਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਤੌਰ SS ਮਿਸਟਰ ਸੇਵਾਵਾਂ ਦੇ ਰਹੇ ਨੇ ਤੇ ਹੁਣ ਤੱਕ ਉਹਨਾਂ ਦੇ 8 ਸਾਂਝੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਨੇ। ਤੇ ਉਹਨਾਂ ਦਾ ਆਪਣਾ ਪਲੇਠਾ ਕਾਵਿ ਸੰਗ੍ਰਹਿ ਏਦਾਂ ਨਾ ਉਦਾਸ ਹੋ ਜਲਦੀ ਹੀ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ। ਤੇ ਮੈਂ ਅੱਜ ਦੀ ਇਸ ਕਵੀ ਦਰਬਾਰ ਦੀ ਮਹਿਫਲ ਦੇ ਵਿੱਚ ਸਭ ਤੋਂ ਪਹਿਲਾਂ ਸੱਦਾ ਦਿੰਦਾ ਮੈਡਮ ਅਮਨਦੀਪ ਜੋਗਾ ਹੋਰਾਂ ਨੂੰ ਕਿ ਉਹ ਆਉਣ ਤੇ ਆਪਣੀ ਸ਼ਾਇਰੀ ਨਾਲ, ਆਪਣੀਆਂ ਕਵਿਤਾਵਾਂ ਨਾਲ ਸਾਰਿਆਂ ਦਾ ਮਨ ਮੋਹਣ। ਮੈਡਮ ਅਮਨਦੀਪ ਜੋਗਾ ਜੀ। ਮੈਡਮ ਅਮਨਦੀਪ ਜੋਗਾ, ਤੁਹਾਡੇ ਤੱਕ ਆਵਾਜ਼ ਆ? ਮੈਡਮ ਆਵਾਜ਼ ਨਹੀਂ ਆ ਰਹੀ ਤੁਹਾਡੀ। ਮੈਡਮ ਅਮਨਦੀਪ ਜੋਗਾ ਮੇਰੀ ਆਵਾਜ਼ ਸੁਣ ਰਹੇ ਨੇ? ਹਰੀ ਪਾਸਵਰਡ ਇਹਨਾਂ ਦੀ ਨੈਟਵਰਕ ਦੀ ਪ੍ਰੋਬਲਮ ਲੱਗ ਰਹੀ ਹੈ ਮੈਨੂੰ। ਚਲੋ ਕੁਝ ਪਲ ਉਡੀਕ ਕਰਦੇ ਆ, ਨਹੀਂ ਤਾਂ ਫਿਰ ਅਗਲੇ ਅਦੀਬ ਗੁਰਵਿੰਦਰ ਉੱਪਲ ਜੀ ਤਿਆਰ ਰਹਿਣ ਤੇ ਮੈਡਮ ਨਾਲ ਗੱਲ ਹੋ ਜਾਂਦੀ ਆ। ਆਗੇ ਸ਼ਾਇਦ ਮੈਡਮ ਅਮਨਦੀਪ ਬੋਲੋ। ਹਾਂਜੀ ਮੈਡਮ ਅਮਨਦੀਪ ਜੋਗਾ ਜੀ, ਤੁਹਾਡੀ ਮਾਈਕ ਦੀ ਮੈਡਮ को मुश्किल लगती है जी। ਚਲੋ ਅਗਲੇ ਸ਼ਹਿਰ ਨੂੰ ਕਾਲ ਕਰ ਲਓ, ਉਸ ਤੋਂ ਬਾਅਦ। ਹਾਂ ਚਲੋ, ਜਦੋਂ ਤੱਕ ਮੈਡਮ ਗੁਰਵਿੰਦਰ ਉੱਪਲ, ਆਪਣੇ ਮੈਡਮ ਅਮਨਦੀਪ ਜੋਗਾ ਹੋਰੀ ਸਾਡੇ ਨਾਲ ਜੁੜਦੇ ਨੇ, ਉਹਨਾਂ ਦੇ ਨੈਟਵਰਕ ਦੀ ਸਮੱਸਿਆ ਜੇ ਦੁਰਸਤ ਹੁੰਦੀ ਹੈ ਤਾਂ ਆਉਂਦੇ ਨੇ, ਤਦ ਤੱਕ ਮੈਂ ਸੱਦਾ ਦੇਵਾਂਗਾ ਗੁਰਵਿੰਦਰ ਉੱਪਲ ਜੀ ਹੋਰਾਂ ਨੂੰ। ਗੁਰਵਿੰਦਰ ਉੱਪਲ ਜੀ ਸਰਕਾਰੀ ਪ੍ਰਾਇਮਰੀ ਸਕੂਲ ਦੋਲੋਵਾਲ, ਜਿਹੜਾ ਹੁਣ ਇਸ ਸਮੇਂ ਪੰਜਾਬ ਦਾ ਨਵਾਂ ਜ਼ਿਲ੍ਹਾ ਬਣਿਆ ਮਲੇਰਕੋਟਲੇ ਵਿਖੇ ਸੇਵਾਵਾਂ ਦੇ ਰਹੇ ਨੇ ਤੇ ਸਮੇਂ-ਸਮੇਂ ਇਹਨਾਂ ਦੇ ਗੀਤ, ਕਵਿਤਾਵਾਂ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਕਿ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਬੜੇ ਹੀ ਸਰਗਰਮ ਮੈਂਬਰ ਨੇ ਤੇ ਲਗਭਗ ਹਰ ਇੱਕ ਮੁਕਾਬਲੇ ਵਿੱਚ ਇਹਨਾਂ ਦੀ ਭੂਮਿਕਾ ਜ਼ਰੂਰ ਹੁੰਦੀ ਆ ਔਰ ਕਿਸੇ ਨਾ ਕਿਸੇ ਸਥਾਨ ਤੇ ਹੁੰਦੇ ਨੇ। ਤੇ ਆਪਾਂ ਹੁਣ ਸੁਣਦੇ ਹਾਂ ਗੁਰਵਿੰਦਰ ਉੱਪਲ ਜੀ ਹੋਰਾਂ ਨੂੰ।
ਹਾਂਜੀ ਕੁਲਵਿੰਦਰ ਉੱਪਲ ਜੀ, ਤੁਹਾਡਾ ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਿਰਜਣਾਤਮਕ ਸਿੱਖਿਆ ਸੰਸਾਰ ਦੀ ਸਮੁੱਚੀ ਐਡਮਨ ਟੀਮ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦਾ ਜੀ, ਜਿਨ੍ਹਾਂ ਨੇ ਅੱਜ ਇਸ ਕਵੀ ਦਰਬਾਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ। ਤਾਂ ਸਾਰੇ ਹੀ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਦੋਸਤੋ, ਜਿੱਦਾਂ ਕਿ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਕਿ ਸਮੇਂ-ਸਮੇਂ ਤੇ ਮਤਲਬ ਕੁਝ ਕੁ ਕਵਿਤਾਵਾਂ, ਕੁਝ ਕੁ ਗੀਤ ਆਪਣੇ ਵੱਲੋਂ ਰਚਿਤ ਮੈਂ ਕਰਦਾ ਰਹਿੰਦਾ ਹਾਂ। ਤਾਂ ਅੱਜ ਵੀ ਮੈਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਦਾ ਜੀ, ਜਿਸ ਦਾ ਨਾਮ ਹੈ ਸੰਧਾਰਾ। ਕਿਉਂਕਿ ਟਾਈਮ ਚੱਲ ਰਿਹਾ ਸੰਧਾਰੇ ਦਾ, ਸਾਉਣ ਮਹੀਨਾ ਚੱਲ ਰਿਹਾ ਜੀ, ਤਾਂ ਉਹਦੇ ਸੰਦਰਭ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਗਾਣਾ ਲਿਖਿਆ ਸੀਗਾ, ਤਾਂ ਮੈਂ ਅੱਜ ਉਹ ਤੁਹਾਡੇ ਨਾਲ ਸਾਂਝਾ ਕਰਦਾ ਜੀ। ਉਮੀਦ ਹੈ ਤੁਸੀਂ ਪਿਆਰ ਬਖਸ਼ੋਗੇ ਜੀ। ਸਾਉਣ ਮਹੀਨੇ ਵਿੱਚ ਬਾਗੀ ਮੋਰ ਬੋਲਦੇ, ਹਾਂ ਦੇਖ ਤਾਂ ਸਹੀ ਨੀ ਕੌਣ ਆਇਆ ਕੁੰਡਾ ਖੋਲਦੇ। ਸਾਉਣ ਮਹੀਨੇ ਵਿੱਚ ਬਾਗੀ ਮੋਰ ਬੋਲਦੇ, ਹਾਂ ਦੇਖ ਤਾਂ ਸਹੀ ਨੀ ਕੌਣ ਆਇਆ ਕੁੰਡਾ ਖੋਲਦੇ। ਬੜੇ ਚਿਰਾਂ ਪਿੱਛੋਂ ਵੀਰਾ ਮੇਰਾ ਆਇਆ ਏ, ਬੜੇ ਚਿਰ ਪਿੱਛੋਂ ਵੀਰਾ ਮੇਰਾ ਆਇਆ ਏ, ਤੇ ਫੁੱਲੀ ਨਾ ਸਮਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਪਿੰਡ ਦੀ ਸੁਣਾ ਦੇ ਕੋਈ ਵੀਰਾਂ ਗੱਲਬਾਤ ਵੇ, ਹਾਂ ਕਰਨੀਆਂ ਗੱਲਾਂ ਨਹੀਂ ਉਹ ਸੋਣਾ ਸਾਰੀ ਰਾਤ ਵੇ। ਪਿੰਡ ਦੀ ਸੁਣਾ ਦੇ ਕੋਈ ਵੀਰਾਂ ਗੱਲਬਾਤ ਵੇ, ਹਾਂ ਕਰਨੀਆਂ ਗੱਲਾਂ ਨਹੀਂ ਉਹ ਸੋਣਾ ਸਾਰੀ ਰਾਤ ਵੇ। ਬੜੇ ਚਿਰ ਤੋਂ ਸੀ ਬੈਠ ਕੇ ਬਨੇਰੇ ਉੱਤੇ, ਬੜੇ ਚਿਰ ਤੋਂ ਸੀ ਬੈਠ ਕੇ ਬਨੇਰੇ ਉੱਤੋਂ ਕਾਗ ਮੈਂ ਉਡਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਤੇ ਬਾਰੇ ਬਾਰੇ ਜਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਮੰਮੀ ਡੈਡੀ ਵੀਰੇ ਭਾਬੀਆਂ ਦਾ ਦੱਸ ਹਾਲ ਵੇ, ਹਾਂ ਭਤੀਜੇ ਤੇ ਭਤੀਜੀਆਂ ਦਾ ਰੱਖੀ ਤੂੰ ਖਿਆਲ ਵੇ। ਮੰਮੀ ਡੈਡੀ ਵੀਰੇ ਭਾਬੀਆਂ ਦਾ ਦੱਸ ਹਾਲ ਵੇ, ਹਾਂ ਭਤੀਜੇ ਤੇ ਭਤੀਜੀਆਂ ਦਾ ਰੱਖੀ ਤੂੰ ਖਿਆਲ ਵੇ। ਸੁੱਖਾਂ ਰੱਬ ਕੋਲੋਂ ਰਹਿੰਦੀ ਸਦਾ ਮੰਗਦੀ, ਸੁੱਖਾਂ ਰੱਬ ਕੋਲੋਂ ਮੰਗਾ ਕਦੇ ਲੱਗਣ ਨਾ ਤੱਤੀਆਂ ਹਵਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਪੀਪੇ ਵਿੱਚ ਬਿਸਕੁਟ ਡੱਬੇ 'ਚ ਮਿਠਾਈ ਏ, ਹਾਂ ਮੈਂ ਵੀਰ ਪਿਆਰੇ ਲਈ ਖੀਰ ਬਣਾਈ ਐ। ਪੀਪੇ ਵਿੱਚ ਬਿਸਕੁਟ ਡੱਬੇ 'ਚ ਮਿਠਾਈ ਏ, ਹਾਂ ਮੈਂ ਵੀਰ ਪਿਆਰੇ ਲਈ ਖੀਰ ਬਣਾਈ ਐ। ਦੁੱਧ ਧਰਿਆ ਮੈਂ ਵਿੱਚ ਹੁਣੇ ਕਾੜਨੀ, ਦੁੱਧ ਧਰਿਆ ਮੈਂ ਵਿੱਚ ਹੁਣੇ ਕਾੜਨੀ, ਤੇ ਲਾਚੀਆਂ ਵੀ ਪਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ। ਪੌਣੀਆਂ ਨੇ ਪੀਂਗਾ ਆਪਾਂ ਪਿੱਪਲਾਂ ਦੇ ਟਾਣੇ ਨੂੰ, ਕਰਨਾ ਨੀ ਤੰਗ ਮੇਰੇ ਵੀਰ ਸਿਆਣੇ ਨੂੰ। ਪੌਣੀਆਂ ਨੇ ਪੀਂਗਾ ਆਪਾਂ ਪਿੱਪਲਾਂ ਦੇ ਟਾਣੇ ਨੂੰ, ਹਾਂ ਕਰਨਾ ਨੀ ਤੰਗ ਮੇਰੇ ਵੀਰ ਸਿਆਣੇ ਨੂੰ। ਪੈਂਦੀ ਮਿੰਨੀ ਮਿੰਨੀ ਪੂਰ ਵਿੱਚ ਅੰਬਰੀ, ਪੈਂਦੀ ਮਿੰਨੀ ਮਿੰਨੀ ਪੂਰ ਵਿੱਚ ਅੰਬਰੀ, ਪਕੌੜੇ ਮੈਂ ਬਣਾਵਾਂ ਕੁੜੀਓ। ਹੋ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, ਮੈਂ ਵਾਰੇ ਵਾਰੇ ਜਾਵਾਂ ਕੁੜੀਓ।
हो वीर लेके आया मेरा नी संधारा, मैं वारे वारे जावा कुड़ियो। रल मिले आपां एह घड़ियां बिताउणियां, ਇਹੋ ਜਿਹੀਆਂ ਘੜੀਆਂ ਨਾ ਮੁੜ ਕੇ ਥੇ ਆਉਣੀਆਂ। ਰਲ ਮਿਲੇ ਆਪਾਂ ਇਹ ਘੜੀਆਂ ਬਿਤਾਉਣੀਆਂ, ਇਹੋ ਜਿਹੀਆਂ ਘੜੀਆਂ ਨਾ ਮੁੜ ਕੇ ਥੇ ਆਉਣੀਆਂ। ਮਸਾਂ ਸਾਲ ਪਿੱਛੋਂ ਦਿਨ ਹੈ ਇਹ ਆਮਦਾ, ਮਸਾਂ ਸਾਲ ਪਿੱਛੋਂ ਦਿਨ ਹੈ ਇਹ ਆਮਦਾ, ਤੇ ਲੰਘੇ ਨਾਲ ਚਾਵਾਂ ਕੁੜੀਓ। ਉਹ ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ, मैं वारे वारे जावा कुड़ियो। ओ वीर लेके आया मेरा नी संधारा, मैं वारे वारे जावा कुड़ियो। लेके आया सूट जेड़ा बड़ा मैं हंडाउणा ए, धो के सूट मैं जहाजा वाला पाउणा ए। लेके आया सूट जेड़ा बड़ा मैं हंडाउणा ए, धो के सूट में जहाजा वाला पाउणा ए। सुखी वसे मेरा वीर गुरविंदर, सुखी वसे मेरा वीर गुरविंदर, मैं गुणे गावा कुड़ियो। ओ वीर लेके आया मेरा नी संधारा, मैं वारे वारे जावा कुड़ियो। वीर लेके आया मेरा नी संधारा, मैं वारे वारे जावा कुड़ियो। ओ वीर लेके आया मेरा नी संधारा, मैं वारे वारे जावा कुड़ियो, मैं वारे वारे जावा कुड़ियो। जी मेहरबानी जी। बहुत अच्छी। बहुत प्यारा ਤੁਹਾਡਾ ਗੀਤ ਸੀਗਾ ਗੁਰਦਰਪੁਰ ਜੀ। जी दो गीतों के बहुत नजदीक, बहुत खूबसूरत ਸੀ, बहुत मजा आया सुन के। ਭੈਣ ਭਰਾ ਦੇ ਰਿਸ਼ਤੇ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ। ਹੁਣ ਮੈਂ ਜਿਸ ਨੌਜਵਾਨ ਇਸਤਰੀ ਸ਼ਾਇਰਾਂ ਨੂੰ ਬੁਲਾਉਣ ਜਾ ਰਿਹਾ ਹੈ, ਨਵੇਂ ਉੱਪਰ ਇਸਤਰੀ ਲੇਖਕ ਤੇ ਸ਼ਾਮ ਕੀਤਾ ਜਾਣ ਵਾਲਾ ਨਾਮ ਮੈਡਮ ਨਿਰਜੋਸ਼ਨ। ਸਮੇਂ-ਸਮੇਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਕਵਿਤਾਵਾਂ ਪੜ੍ਹਨ ਸੁਣਨ ਨੂੰ ਸਾਨੂੰ ਮਿਲਦੀਆਂ ਨੇ, ਤੇ ਇੱਕ ਇਹਨਾਂ ਦਾ ਸਾਂਝਾ ਕਾਵਿ ਸੰਗ੍ਰਹਿ ਉਮਰ ਦੀਆਂ ਕਲੀਆਂ ਛਪ ਚੁੱਕਾ ਹੈ, ਤੇ ਜ਼ਿੰਦਗੀ ਦੀ ਜ਼ਿੰਦਾ ਦਿਲੀ ਨੂੰ ਜਿਉਣ ਦੀਆਂ ਇਰਾਦੇ ਵਾਲੀਆਂ ਇਹਨਾਂ ਦੀਆਂ ਕਵਿਤਾਵਾਂ ਨੇ। ਤੇ ਮੈਂ ਹੁਣ ਸੱਦਾ ਦੇਵਾਂਗਾ ਮੈਡਮ ਨਿਰਜੋਸ਼ਨ ਨੂੰ ਕਿ ਉਹ ਆਪਣੀਆਂ ਕਵਿਤਾਵਾਂ ਸਾਨੂੰ ਸੁਣਾਓ, ਆਪਣੀਆਂ ਨਜ਼ਮਾਂ ਸਾਨੂੰ ਸੁਣਾਓ। ਮੈਡਮ ਨਿਰਜੋਸ਼ਨ। बहुत बहुत शुक्रिया सर। सब तो पहला सिरजनात्मक सिक्ख्या संसार दी अपनी पूरी एडमिन टीम का मैं बहुत बहुत थैंक्स करदी हां कि उन्होंने आज मौका दिता, इस काबिल समझा कि असी मतलब मैं सब नाल अपनी रचनावां सांझियां कर सका। तुहाडा सब दा बहुत बहुत थैंक्स। ते जिन्ने भी आज अध्यापक कवि आए सब दा मैं अपने वाला स्वागत करदी हां। ते मैं लिखना कोई आज तो 6 महीने पहले शुरू किया, उस तो पहला मैं कवितावां नहीं लिखदी सी। आर्टिकल तो मैं स्कूल टाइम तो लिखदी सी अपने, जिवें स्कूल टाइम तो मैगजीन छपदे रहिंदे सी आर्टिकल मेरे। ते मैं शुरू किया जदों अपने सिक्ख्या विभाग विच अखरकारी मुहिम चली, उदों मैं अपनी पहली कविता जिहड़ी है अखरकारी ते लिखी सीगी। तो मैं अज सब तो पहला तुहाडे नाल अपनी ओही कविता सांझी करूंगी। जान मेरी ए अखरकारी, अखरकारी दी मुहिम न्यारी, बदली साडी दुनिया सारी। अखरकारी दी मुहिम न्यारी, बदली साडी दुनिया सारी। अखरां दे नाल बातां पावां, मोतियां वांगू खूब सजावां। अखर नचण गाउण लग पे, लगदा मैनू चाहण लग पे। सोहणी लगे लिखत शिंगारी, किन्नी सोहणी ए अखरकारी। कापी उत्ते सोहणे लगदे, जगमग जगमग दीवे जगदे। जद तुरां मेरे नाल मैं तुरदे, सोहणे सोहणे ख्याल ने फुरदे। जद तुरां मेरे नाल में तुरदे, सोहणे सोहणे ख्याल में फुरदे। शब्दां दी ए दुनिया प्यारी, जान मेरी ए अखरकारी। शब्दां दी दुनिया प्यारी, जान मेरी ए अखरकारी। ਇਹ ਸੀ जी मेरी सब तो पहली रचना, पहली कविता जिहड़ी कि मैं लिखी। सर विच डिस्टर्बेंस आ रही, मैनूं लगदा कोई ना आवाज आ रही है। हेलो सर, मेरी आवाज तुहानूं ठीक आ रही है? हाँ जी हाँ जी, हाँ बिल्कुल बिल्कुल ठीक आ रही है जी। ओके जी। इस तो बाद मैं एक होर छोटी जी रचना तुहाडे सामने पेश करांगी। सोहणे रंग।
ਫਿੱਕੀ ਫਿੱਕੀ ਜਿਹੀ ਜਾਪੇ ਜ਼ਿੰਦਗੀ, ਜੀ ਕਰਦਾ ਸੋਹਣੇ ਰੰਗ ਸਜਾਵਾਂ। ਫਿੱਕੀ ਫਿੱਕੀ ਜਿਹੀ ਜਾਪੇ ਜ਼ਿੰਦਗੀ, ਜੀ ਕਰਦਾ ਸੋਹਣੇ ਰੰਗ ਸਜਾਵਾਂ। ਛੱਡ ਪਰਵਾਹ ਇਸ ਦੁਨੀਆ ਦੀ, ਮੈਂ ਅੰਬਰਾਂ ਵਿੱਚ ਉਡਾਰੀ ਲਾਵਾਂ। ਅਲਫਾਜ਼ ਵੀ ਮੇਰੇ, ਧੁਨ ਵੀ ਮੇਰੀ, ਅਲਫਾਜ਼ ਵੀ ਮੇਰੇ, ਧੁਨ ਵੀ ਮੇਰੀ, ਰੰਗ ਵੱਖਰੇ ਦੇ ਵਿੱਚ ਗਾਵਾਂ। ਨਾਲ ਮਿਹਨਤਾਂ ਲਿਖ ਨਵੀਂ ਇਬਾਰਤ, ਸੂਰਜ ਦੇ ਨੈਣੀ ਕਜਲਾ ਪਾਵਾਂ। ਸਭ ਨਾਲ ਪਾਵਾਂ ਸਾਂਝ ਰੂਹਾਨੀ, ਸਭ ਨੂੰ ਹੀ ਮੈਂ ਗਲੇ ਲਗਾਵਾਂ। ਸਭ ਨਾਲ ਪਾਵਾਂ ਸਾਂਝ ਰੂਹਾਨੀ, ਸਭ ਨੂੰ ਹੀ ਮੈਂ ਗਲੇ ਲਗਾਵਾਂ। ਰੱਖ ਕੇ ਡੂੰਘਾਈ ਸਾਗਰਾਂ ਵਰਗੀ, ਰੱਖ ਕੇ ਡੂੰਘਾਈ ਸਾਗਰਾਂ ਵਰਗੀ, ਡੁਬਕੀਆਂ ਪਾਣੀ ਦੇ ਵਿੱਚ ਲਾਵਾਂ। ਪੈਰ ਪੈਰ ਤੇ ਮੰਜ਼ਿਲ ਮਿਲਣੀ, ਹਮ ਸਫਰ ਬਣ ਜਾਂਦੀਆਂ ਜਦ ਰਾਹਾਂ। ਕੋਲ ਬੈਠ ਜਦ ਮਹਿਰਮ ਪੁੱਛੇ, ਦਿਲ ਦੇ ਸੱਚੇ ਹਾਲ ਸੁਣਾਵਾਂ। ਫੁੱਲਾਂ ਦੇ ਨਾਲ ਮਹਿਕਣ ਯਾਰੋ, ਜਾਪਣ ਜੋ ਵੀਰਾਨ ਨੇ ਥਾਵਾਂ। ਆਬਾਦ ਰਹਿਣ ਸਦਾ ਨਗਰ ਖੇੜੇ, ਕਦੇ ਕੋਲ ਨਾ ਆਉਣ ਬੁਲਾਵਾਂ। ਗਮਾਂ ਤੋਂ ਉੱਚੇ ਹਾਸੇ ਮੇਰੇ, ਗਮਾਂ ਤੋਂ ਉੱਚੇ ਹਾਸੇ ਮੇਰੇ। ਜ਼ਿੰਦਗੀ ਜੀਵਾਂ ਨਾਲ ਮੈਂ ਚਾਵਾਂ, ਜ਼ਿੰਦਗੀ ਜੀਵਾਂ ਨਾਲ ਮੈਂ ਚਾਵਾਂ। ਸ਼ੁਕਰੀਆ ਜੀ। ਬਹੁਤ ਖੂਬਸੂਰਤ, ਬਹੁਤ ਅੱਛੇ ਬਹੁਤ ਮੈਮ। ਪਿਆਰੀ ਕਵਿਤਾ ਤੁਹਾਡੀ ਸੀਗੀ ਮੈਡਮ। ਹੁਣ ਜੇਕਰ ਮੈਡਮ ਅਮਨਦੀਪ ਜੋਗਾ ਹੋਰਾਂ ਦਾ ਨੈਟਵਰਕ ਸਮੱਸਿਆ ਹੋ ਗਈ ਠੀਕ, ਤੇ ਮੈਂ ਉਹਨਾਂ ਨੂੰ ਬੁਲਾਉਣਾ ਚਾਹਾਂਗਾ। ਮੈਡਮ ਅਮਨਦੀਪ ਜੋਗਾ ਜੀ ਮੇਰੀ ਆਵਾਜ਼ ਸੁਣ ਰਹੇ ਨੇ? ਮੈਡਮ ਤੁਹਾਡੇ ਤੱਕ ਆਵਾਜ਼ ਆ ਰਹੀ ਜੀ? ਮੈਡਮ ਅਮਨਦੀਪ ਜੀ, ਮੈਡਮ ਮਾਈਕ ਹਾਂਜੀ ਮੈਡਮ, ਤੁਹਾਡੀ ਮੈਡਮ ਅਜੇ ਵੀ ਮੁਸ਼ਕਲ ਆ ਰਹੀ ਹੈ ਜੀ ਨੈਟਵਰਕ ਦੀ। ਚਲੋ ਆਪਾਂ ਓਕੇ ਜੀ, ਹੁਣ ਠੀਕ ਹੈ ਮੈਡਮ, ਤੁਹਾਡੀ ਆਵਾਜ਼ ਆ ਰਹੀ ਜੀ। ਮੇਰੀ ਆਵਾਜ਼ ਸੁਣ ਰਹੇ ਹੋ ਜੀ? ਮੈਡਮ ਬਹੁਤ ਘੱਟ ਆ ਰਹੀ, ਰੁਕ ਜਾਂਦੀ ਹੈ ਜੀ ਤੁਹਾਡੀ ਆਵਾਜ਼। ਠੀਕ ਹੈ ਜੀ, ਫਿਰ ਜਦੋਂ ਟਾਈਮ ਹੋਇਆ ਬਾਅਦ ਚ ਦੇਖ ਲਓ ਜੇ ਕੋਈ ਹੋਰ ਕਿਸੇ ਐਪ ਤੋਂ ਮਤਲਬ ਹੋਰ ਮੋਬਾਈਲ ਤੋਂ ਜੁਆਇਨ ਕਰ ਸਕਦੇ ਹੋ, ਸ਼ਾਇਦ ਇੱਥੇ ਮੁਸ਼ਕਲ ਨਾ ਹੋਵੇ। ਤੇ ਆਪਾਂ ਤੁਹਾਡੀ ਇੰਤਜ਼ਾਰ ਕਰ ਰਹੇ ਹਾਂ, ਤਦ ਤੱਕ ਦੂਜੇ ਅਦੀਪ ਸ਼ਾਇਦ ਨੂੰ ਸੁਣ ਲੈਂਦੇ, ਆਪਾਂ ਸਾਥੀ ਨੂੰ ਸੁਣ ਲੈਂਦੇ ਹਾਂ। ਹੁਣ ਮੈਂ ਅੱਜ ਦੀ ਇਸ ਮਹਿਫਲ ਵਿੱਚ ਆਵਾਜ਼ ਦੇਵਾਂਗਾ ਜਸਵਿੰਦਰ ਧਰਮਕੋਟ ਹੋਰਾਂ ਜੀ ਨੂੰ। ਨਵੇਂ ਸ਼ਾਇਰ, ਇਹਨਾਂ ਦੀਆਂ 2 ਬਾਲ ਪੁਸਤਕਾਂ ਜਿਹੜੀਆਂ ਛਪਾਈ ਅਧੀਨ ਨੇ, ਤੇ ਸਮਾਜਿਕ ਸਰੋਕਾਰਾਂ ਨੂੰ ਇਹ ਆਪਣੀ ਰਚਨਾਵਾਂ ਦਾ ਕੇਂਦਰ ਬਣਾਉਂਦੇ ਨੇ। ਤੇ ਮੈਂ ਬੁਲਾਵਾਂਗਾ ਜਸਵਿੰਦਰ ਧਰਮਕੋਟ। ਤੁਹਾਡੀ ਵੀ ਆਵਾਜ਼ ਸਰ ਨਹੀਂ ਆ ਰਹੀ। ਜਸਵਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ईयरफोन ला के देखो, ईयरफोन हटा के देखो, हटा के देखो, वीडियो ਜਾਂ ਬੰਦ ਕਰਕੇ ਦੇਖ ਲਓ ਇੱਕ ਵਾਰ, ਸ਼ਾਇਦ ਕਈ ਵਾਰੀ ਵੀਡੀਓ ਬੰਦ ਕਰਨਾ। मोबाइल ਦੇ ਵਿੱਚੋਂ ਵੀ ਕੱਢ ਦਿਓ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆ ਗਈ ਆਵਾਜ਼ ਜੀ, ਆ ਰਹੀ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਡਾਕਟਰ ਕੁਲਦੀਪ ਦੀਪ ਜੀ, ਡਾਕਟਰ ਇੰਦਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਜਿਨ੍ਹਾਂ ਨੇ ਇਸ ਕਾਬਲ ਸਮਝਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਵਾਈ ਹੈ। ਔਰ ਬਾਕੀ ਸਭ ਡਾਕਟਰ ਅਮਰਜੀਤ ਕੌਂਕੇ ਜੀ, ਜਿਨ੍ਹਾਂ ਨੂੰ ਅਕਸਰ ਪੜ੍ਹਦੇ ਰਹਿੰਦੇ ਹਾਂ, ਬਹੁਤ ਸਮਰੱਥ ਸ਼ਾਇਰ ਨੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੀਆਂ ਕਵਿਤਾਵਾਂ ਦੇ ਨਾਲ ਹਾਜ਼ਰੀ ਲਗਵਾਉਣਾ ਚਾਹਾਂਗਾ ਜੀ। ਆਉਣ ਵਾਲੀ ਕਿਤਾਬ ਇੱਕ ਬੱਚਿਆਂ ਦੇ ਲਈ ਇੱਕ ਹਿੰਦੀ ਪੁਸਤਕ ਛਪਣ ਜਾ ਰਹੀ ਹੈ, ਉਹਦੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਦੇ ਰਹੇ ਹਾਂ ਕਿ मेरे घर भी आओ चांद। अच्छा जी, मैं ये कब कहता हूँ तुम ना, मैं ये कब कहता हूँ तुम ना, ऐसे जगमगाओ चांद। मैं तो बस इतना कहता हूँ, मेरे घर भी आओ चांद। वाह। मेरे घर भी रात है होती, रोज तुम्हारी बात है होती। मेरे घर भी रात है होती, रोज तुम्हारी बात है होती। मुझको भी तो एक दिन आकर अपनी बात सुनाओ चांद। मैं तो बस इतना कहता हूँ, मेरे घर भी आओ चांद। मुझ पे तुम्हें एतबार नहीं क्या, मुझ पे तुम्हें एतबार नहीं क्या, सच बतलाओ प्यार नहीं क्या।
सचमुच के जो मामा हो तो रिश्ता जरा निभाओ चांद, मैं तो बस इतना कहता हूँ मेरे घर भी आओ चांद। ना आए तो रूठ जाऊंगा, मैं भी खुद से टूट जाऊंगा। ना आए तो रूठ जाऊंगा, मैं भी खुद से टूट जाऊंगा। पास नहीं आना जो तुमको, तो फिर नजर ना आओ चांद। मैं तुम्हारे पास आ जाता, मम्मी पर रोने लगती है। मैं तुम्हारे पास आ जाता, मम्मी पर रोने लगती है। सीने से यूं मुझे लगाती, धड़कन जो खोने लगती है। कहती है जो वहां जाते, धरती पर वापस नहीं आते। घर का रास्ता खो जाते हैं, तारे बनकर सो जाते हैं। मैं तो माँ को कह नहीं सकता, तुम ही अब समझाओ चांद। मैं तो बस इतना कहता हूँ मेरे घर भी आओ चांद, मेरे घर भी आओ चांद। बहुत अच्छा। ਵਾਹ ਜੀ, ਬਹੁਤ ਖੂਬ, ਬਹੁਤ ਬਹੁਤ ਵਧੀਆ। ਇਹ ਇੱਕ ਛੋਟੇ ਬੱਚੇ ਦੇ ਭਾਵਾਂ ਦੀ ਤਰਜਮਾਨੀ ਸੀ ਜੋ ਚੰਦਰਮਾ ਨੂੰ ਰੋਜ਼ ਵੇਖ ਕੇ ਉਸ ਨੂੰ ਆਪਣੇ ਘਰ ਆਪਣੇ ਕੋਲ ਹੋਣਾ ਲੁੱਚਦਾ ਜੀ। ਹੁਣ ਇੱਕ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸਾਡੀ ਕਿਸਾਨ ਮੂਵਮੈਂਟ ਔਰ ਉਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਸਾਡੇ ਸੰਘਰਸ਼ੀ ਲੋਕ ਇਸ ਸਮੇਂ ਸੰਘਰਸ਼ ਦੇ ਵਿੱਚ ਨੇ, ਆਪਣੀ ਜ਼ਿੰਦਗੀ ਦੇ ਲਈ ਆਪਣੀਆਂ ਇਛਾਵਾਂ ਦੇ ਲਈ, ਆਪਣੀਆਂ ਮੰਗਾਂ ਦੇ ਲਈ ਲਗਾਤਾਰ ਲੜ ਰਹੇ ਨੇ। ਔਰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜੀ ਲੜਾਈ ਹੈ ਸਾਨੂੰ ਹੋਰ ਮਗਾਉਣੀ ਪੈਣੀ ਹੈ, ਸਾਨੂੰ ਹੋਰ ਤਿੱਖਾ ਕਰਨਾ ਪੈਣਾ ਇਹ ਸੰਘਰਸ਼। ਤਾਂ ਉਹਨਾਂ ਦੇ ਨਾਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਤਰਨਮ ਦੇ ਵਿੱਚ। ਡਾਕਟਰ ਸਾਹਿਬ ਆਵਾਜ਼ ਕਲੀਅਰ ਹੈ ਜੀ? ਬਿਲਕੁਲ ਬਿਲकुल ਜੀ ਸਰ। ਹੁਣ ਦੀਵੇ ਬਣਿਆ ਨਹੀਂ ਸਰਨਾ, ਤੂੰ ਨੂਰ ਹੋ ਆਫਤਾਬ ਬਨ। ਨਹੀਂਓ ਕਤਰਾ ਕਤਰਾ ਜੀ ਹੋਣਾ, तू लहर हो सैलाब बन। नहियो कतरा कतरा जी होना, तू लहर हो सैलाब बन। तू फिक्र करे न फुल्लां दी, ओ बाग चरौना लोच रहे। तू सुख मंगदा ए पुत्तरां दी, ओ मां मरवाना सोच रहे। ओ मां मरवाना सोच रहे। कद तक आखिर चुप बैठेगा, आवाज हो इनकलाब बन। नहियो कतरा कतरा जी होना, तू लहर हो सैलाब बन। बहुत अच्छा। ओ महज तेरा एक नाम नहीं, पहचान मिटानी चाहते ने। कुछ अखर ते कुछ बोल नहीं, ओ जुबान ही गिरवी चाहते ने। ओ जुबान ही गिरवी चाहते ने। तू अंश है नानक गोबिंद दी, पढ़ जफर नामे तेरे बाब बन। नहियो कतरा कतरा जी होना, तू लहर हो सैलाब बन। तू मान करी जा खंबा ते, ओ ना अंबरी गहने पा देने। तू सांभी जा तस्वीरां नू, ओ ना रंग ही कतल करा देने। ओ ना रंग ही कतल करा देने। छड़ मिठुआं दियां नस्लां नू, कर हिम्मत जरा उकाब बन। नहियो कतरा कतरा जी होना, हुण लहर हो सैलाब बन। ए सबर तेरे दियां पैरां नू,
ਰਾਹੀਂ ਕਿੱਲਾ ਲਾਲਾ ਮੇਚਣਗੇ ਚੁੱਲ੍ਹਿਆਂ ਦੀ ਅੱਗ ਨਾਲ ਨਹੀਂ ਰੱਜਦੇ ਇਹ ਸਿਵੇ ਮਗਾ ਕੇ ਸੇਕਣਗੇ ਇਹ ਸਿਵੇ ਮਗਾ ਕੇ ਸੇਕਣਗੇ ਅਣ ਸੁਲਝ ਸਵਾਲ ਨਾ ਰਹਿ ਜਾਵੀਂ ਅਣ ਸੁਲਝ ਸਵਾਲ ਨਾ ਰਹਿ ਜਾਵੀਂ ਤੂੰ ਆਪਣਾ ਆਪ ਜਵਾਬ ਬਣ ਨਹੀਂਓ ਕਤਰਾ ਕਤਰਾ ਜੀ ਹੋਣਾ ਤੂੰ ਲਹਿਰ ਹੋ ਸੈਲਾਬ ਬਣ ਹੁਣ ਦੀਵੇ ਬਣਿਆ ਨਹੀਂ ਸਰਨਾ ਤੂੰ ਨੂਰ ਹੋ ਆਫਤਾਬ ਬਨ ਤੂੰ ਲਹਿਰ ਹੋ ਸੈਲਾਬ ਬਨ ਤੂੰ ਲਹਿਰ ਹੋ ਸੈਲਾਬ ਬਨ ਸ਼ੁਕਰੀਆ ਜੀ ਬਹੁਤ 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 ਵਧੀਆ ਜੀ ਬਹੁਤ ਵਧੀਆ ਕਮਾਲ ਬਹੁਤ ਵਧੀਆ ਬਹੁਤ ਖੂਬ ਬਹੁਤ ਅੱਛੇ ਸੁੰਦਰ ਬਹੁਤ ਕਮਾਲ ਸਮਝਾਉਣ ਵਾਲੀ ਤੁਹਾਡੀ ਕਵਿਤਾ ਬਹੁਤ ਖੂਬਸੂਰਤ ਬੱਚੇ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤੀ ਗਈ ਕਵਿਤਾ ਵੀ ਬਹੁਤ ਪਿਆਰੀ ਸੀ ਬਹੁਤ ਪਿਆਰੀ ਲੱਗੀ ਦੋਸਤੋ ਹੁਣ ਮੈਂ ਸੱਦਾ ਦੇਵਾਂਗਾ ਮੈਡਮ ਪਰਜਿੰਦਰ ਕਲੇਰ ਹੋਰਾਂ ਨੂੰ ਇਹਨਾਂ ਦੀ ਵੀ ਸੋਸ਼ਲ ਮੀਡੀਆ ਤੇ ਸਮੇਂ-ਸਮੇਂ ਸਾਨੂੰ ਬਹੁਤ ਸਾਰੀਆਂ ਕਵਿਤਾਵਾਂ ਪਿਛਲੇ ਕੁਝ ਦਿਨਾਂ ਤੋਂ ਹੀ ਪੜ੍ਹਨ ਨੂੰ ਮਿਲ ਰਹੀਆਂ ਨੇ ਤੇ ਮੈਡਮ ਇਸ ਸਮੇਂ ਤਰਨਤਾਰਨ ਦੇ ਇੱਕ ਸਕੂਲ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਤਰਨਤਾਰਨ ਦੇ ਇਸਤਰੀ ਲਿਖਾਰੀ ਮੰਚ ਦੇ ਉਪ ਪ੍ਰਧਾਨ ਵੀ ਨੇ ਤੇ ਕਲਮਾਂ ਦਾ ਕਾਫਲਾ ਜਿਹੜੀ ਪ੍ਰਬੰਧਕੀ ਕਮੇਟੀ ਉਹਦੇ ਮੈਂਬਰ ਵੀ ਨੇ ਤੇ ਇਹਨਾਂ ਨੂੰ ਮੈਂ ਸੱਦਾ ਦੇਵਾਂਗਾ ਤੇ ਇਹ ਆਪਣੀਆਂ ਕਵਿਤਾਵਾਂ ਸਾਨੂੰ ਸੁਣਾਉਣ ਮੈਡਮ ਪਰਜਿੰਦਰ ਕਲੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸ੍ਰਿਜਨਾਤਮਕ ਸਿੱਖਿਆ ਸੰਸਾਰ ਦੇ ਜਿੰਨੇ ਵੀ ਐਡਮਿਨਸ ਨੇ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਅੱਜ ਇੱਥੇ ਇਸ ਮਹਿਫਿਲ 'ਚ ਸ਼ਾਮਿਲ ਕੀਤਾ ਮੈਂ ਉਹਨਾਂ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਇਸ ਤੋਂ ਵੀ ਜ਼ਿਆਦਾ ਮੈਨੂੰ ਚਾਅ ਸੀ ਕਿ ਜਿਨ੍ਹਾਂ ਲੇਖਕਾਂ ਨੂੰ ਕਵੀਆਂ ਨੂੰ ਮੈਂ ਅਕਸਰ ਪੜ੍ਹਦੀ ਹੁੰਦੀ ਸੀ ਅੱਜ ਮੈਂ ਉਹਨਾਂ ਦੇ ਸਾਹਮਣੇ ਆਪਣੀ ਰਚਨਾ ਬੋਲਣ ਜਾ ਰਹੀ ਹਾਂ ਜਿਹਦੇ ਵਿੱਚ ਸਰ ਅਮਰਜੀਤ ਕੌਂਕੇ ਜੀ ਨੇ ਡਾਕਟਰ ਦੀਪ ਕੁਲਦੀਪ ਜੀ ਨੇ ਤੇ ਥੋੜੀ ਨਰਵਸ ਵੀ ਸੀਗੀ ਤੇ ਪਹਿਲੀ ਰਚਨਾ ਜਿਹੜੀ ਮੈਂ ਸ਼ੇਅਰ ਕਰਨ ਲੱਗੀ ਹਾਂ ਉਹ ਇੱਕ ਔਰਤ ਦੇ ਦਰਦ ਨੂੰ ਬਿਆਨ ਕਰਨ ਵਾਸਤੇ ਮੈਂ ਲਿਖੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਜਿੰਨੇ ਦਰਦ ਨਾਲ ਮੈਂ ਇਸ ਨੂੰ ਲਿਖਿਆ ਹੈ ਉਨੇ ਹੀ ਦਰਦ ਨੂੰ ਆਪ ਜੀ ਮਹਿਸੂਸ ਕਰੋਗੇ ਮੇਰੇ ਇਹਨਾਂ ਬੋਲਾਂ ਦੇ ਨਾਲ ਛੋਟੇ ਬਹਿਰ ਦੀ ਗਜ਼ਲ ਲਿਖੀ ਹੈ ਹਾਂਜੀ ਇਸ ਦੇ ਬੋਲ ਨੇ ਲਫ਼ਜ਼ਾਂ ਦੀ ਜੇ ਸੂਲ ਬਣਾਵਾਂ ਲਫ਼ਜ਼ਾਂ ਦੀ ਜੇ ਸੂਲ ਬਣਾਵਾਂ ਤੈਨੂੰ ਮੈਂ ਇੱਕ ਦਰਦ ਸੁਣਾਵਾਂ ਲਫ਼ਜ਼ਾਂ ਦੀ ਜੇ ਸੂਲ ਬਣਾਵਾਂ ਤੈਨੂੰ ਮੈਂ ਇੱਕ ਦਰਦ ਸੁਣਾਵਾਂ ਮੈਨੂੰ ਜਿਹੜੇ ਚੀਜ਼ ਸਮਝਦੇ ਮੈਨੂੰ ਜਿਹੜੇ ਚੀਜ਼ ਸਮਝਦੇ ਸਾਹ ਲੈਂਦੀ ਹਾਂ ਕਿੰਜ ਸਮਝਾਵਾਂ ਵਾਹ ਬਹੁਤ ਸਮਝਦੇ ਸਾਹ ਲੈਂਦੀ ਹਾਂ ਕਿੰਜ ਸਮਝਾਵਾਂ ਬੋਲਾਂ ਚੋਂ ਡਿੱਗਦੇ ਅੰਗਿਆਰੇ ਬੋਲਾਂ ਚੋਂ ਡਿੱਗਦੇ ਅੰਗਿਆਰੇ ਲੱਭਾਂ ਕਿਧਰੋਂ ਠੰਡੀਆਂ ਛਾਵਾਂ ਬੋਲਾਂ ਚੋਂ ਡਿੱਗਦੇ ਅੰਗਿਆਰੇ ਲੱਭਾਂ ਕਿਧਰੋਂ ਠੰਡੀਆਂ ਛਾਵਾਂ ਅੰਦਰ ਮੇਰਾ ਨੋਚਣ ਮਗਰੋਂ ਅੰਦਰ ਮੇਰਾ ਨੋਚਣ ਮਗਰੋਂ ਰੌਲਾ ਪਾਉਂਦੇ ਵਾਂਗਰ ਕਾਵਾਂ ਅੰਦਰ ਮੇਰਾ ਨੋਚਣ ਮਗਰੋਂ ਰੌਲਾ ਪਾਉਂਦੇ ਵਾਂਗਰ ਕਾਵਾਂ ਸਹਿਮ ਦਾ ਸੰਗਲ ਲਾ ਦੇਵਾਂ ਧਿਆਨ ਦੇਣਾ ਸਹਿਮ ਦਾ ਸੰਗਲ ਲਾ ਦੇਵਾਂ ਜੇ ਬੀਬੇ ਪੁੱਤਰ ਜੰਮਣ ਮਾਵਾਂ ਸਹਿਮ ਦਾ ਸੰਗਲ ਲਾ ਦੇਵਾਂ ਜੇ ਬੀਬੇ ਪੁੱਤਰ ਜੰਮਣ ਮਾਵਾਂ ਹੈਵਾਨਾਂ ਦੇ ਚੁੰਗਲ ਨਾਲੋਂ ਹੈਵਾਨਾਂ ਦੇ ਚੁੰਗਲ ਨਾਲੋਂ ਚੰਗਾ ਚਿੰਬੜ ਜਾਨ ਬਲਾਵਾਂ ਹੈਵਾਨਾਂ ਦੇ ਚੁੰਗਲ ਨਾਲੋਂ ਚੰਗਾ ਚਿੰਬੜ ਜਾਨ ਬਲਾਵਾਂ ਮੈਨੂੰ ਵੀ ਤੇ ਜੀਣ ਦਾ ਹੱਕ ਹੈ ਮੈਨੂੰ ਵੀ ਤੇ ਜੀਣ ਦਾ ਹੱਕ ਹੈ ਰੋ ਰੋ ਕੇ ਇਹ ਦਰਦ ਸੁਣਾਵਾਂ ਰੋ ਰੋ ਕੇ ਇਹ ਦਰਦ ਸੁਣਾਵਾਂ ਵਾਹ ਜੀ ਬਹੁਤ ਵਾਹ ਜੀ ਵਾਹ ਬਹੁਤ ਖੂਬ ਸ਼ੁਕਰੀਆ ਜੀ
ਇਸ ਤੋਂ ਅਗਲੀ ਗਜ਼ਲ ਜਿਹੜੀ ਮੈਂ ਇੱਥੇ ਸਾਂਝੀ ਕਰਨ ਲੱਗੀ ਹਾਂ, ਉਹ ਮੈਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਦੋਵੇਂ ਪਾਸੇ ਜਿਹੜੇ ਲੋਕ ਇੱਕ ਦੂਜੇ ਬਾਰੇ ਕੀ ਮਹਿਸੂਸ ਕਰਦੇ ਨੇ ਉਸ ਬਾਰੇ ਮੈਂ ਲਿਖੀ ਸੀਗੀ, ਤੇ ਇਸ ਨੂੰ ਮੈਂ ਗਾ ਕੇ ਪੇਸ਼ ਕਰਾਂਗੀ। ਉਮੀਦ ਹੈ ਆਪ ਜੀ ਨੂੰ ਪਸੰਦ ਆਵੇਗੀ ਜੀ। ਉਹ ਬੰਦਾ ਜੋ ਮੇਰੇ ਵਰਗਾ ਰਹਿੰਦਾ ਏ ਸਰਹੱਦੋਂ ਪਾਰ, ਉਹ ਬੰਦਾ ਜੋ ਮੇਰੇ ਵਰਗਾ ਰਹਿੰਦਾ ਏ ਸਰਹੱਦੋਂ ਪਾਰ, ਸੁਖ ਦੁੱਖ ਮੇਰੇ ਉਹਦੇ ਸਾਂਝੇ ਸਹਿੰਦਾ ਏ ਸਰਹੱਦੋਂ ਪਾਰ, ਉਹ ਬੰਦਾ ਤਾਂਗ ਕਦੇ ਨਾ ਮੁੱਕਦੀ ਮੇਰੀ ਉਹਨੂੰ ਜਾ ਕੇ ਮਿਲਣੇ ਦੀ, ਤਾਂਗ ਕਦੇ ਨਾ ਮੁੱਕਦੀ ਮੇਰੀ ਉਹਨੂੰ ਜਾ ਕੇ ਮਿਲਣੇ ਦੀ, ਮੇਰੇ ਵਰਗੀ ਪਾਸ਼ਾਹੀ ਉਹ ਕਹਿੰਦਾ ਏ ਸਰਹੱਦੋਂ ਪਾਰ, ਉਹ ਬੰਦਾ ਚੰਨ ਤਾਰੇ ਤੇ ਤਰਤ ਨਜ਼ਾਰੇ ਰੋਜ਼ ਗਵਾਹੀ ਪਰਦੇ ਨੇ, ਚੰਨ ਤਾਰੇ ਤੇ ਤਰਤ ਨਜ਼ਾਰੇ ਰੋਜ਼ ਗਵਾਹੀ ਪਰਦੇ ਨੇ, ਸੂਰਜ ਜੇਕਰ ਚੜਦਾ ਏਥੇ ਲੈਂਦਾ ਏ ਸਰਹੱਦੋਂ ਪਾਰ, ਉਹ ਬੰਦਾ ਜ਼ਖਮ ਜੁਦਾਈ ਵਾਲਾ ਸਹਿੰਦੇ ਗੁਜ਼ਰ ਗਏ ਨੇ ਕਿੰਨੇ ਸਾਲ, ਜ਼ਖਮ ਜੁਦਾਈ ਵਾਲਾ ਸਹਿੰਦੇ ਗੁਜ਼ਰ ਗਏ ਨੇ ਕਿੰਨੇ ਸਾਲ, ਦਿਲ ਉਹਦਾ ਜਦ ਇਹ ਗੱਲ ਸੋਚੇ ਕਹਿੰਦਾ ਏ ਸਰਹੱਦੋਂ ਪਾਰ, ਉਹ ਬੰਦਾ ਹਾਕਮ ਦੀ ਬਸਤੀ ਦੇ ਅੰਦਰ ਉਹਦਾ ਰੋਣਾ ਸੁਣਿਆ ਮੈਂ, ਹਾਕਮ ਦੀ ਬਸਤੀ ਦੇ ਅੰਦਰ ਉਹਦਾ ਰੋਣਾ ਸੁਣਿਆ ਮੈਂ, ਥੱਕ ਹਾਰ ਕੇ ਉਹ ਵੀ ਸ਼ਾਇਦ ਬਹਿੰਦਾ ਏ ਸਰਹੱਦੋਂ ਪਾਰ, ਉਹ ਬੰਦਾ ਜੋ ਮੇਰੇ ਵਰਗਾ ਰਹਿੰਦਾ ਏ ਸਰਹੱਦੋਂ ਪਾਰ। ਸ਼ੁਕਰੀਆ ਜੀ। ਬਹੁਤ ਅੱਛੀ ਜੀ, ਬਹੁਤ ਔਰ ਹੈਰਾਨੀ ਹੈ ਕਿ ਤੁਸੀਂ ਇੰਨਾ ਸਮਾਂ ਛਿਪੇ ਰਹੇ ਤੇ ਬਹੁਤ ਸੋਹਣੀ ਗੱਲ। ਮੈਡਮ ਅਮਨਦੀਪ ਜੋਗਾ ਜੇ ਨੈਟਵਰਕ ਹੋ ਗਿਆ ਤੇ ਮੈਂ ਇੱਕ ਵਾਰ ਫਿਰ ਉਹਨਾਂ ਨੂੰ ਬੁਲਾਵਾਂਗਾ। ਮੈਡਮ ਅਮਨਦੀਪ ਜੋਗਾ, ਤੁਹਾਡੀ ਆਵਾਜ਼ ਆਈ ਸੀ ਕਿ ਅੱਗੇ? ਹਾਂਜੀ ਸਰ, ਹਾਂ ਮੈਂ ਸ਼ੁਰੂ ਕਰਦੀ ਹਾਂ ਜੀ। ਬਹੁਤ ਹੀ ਸਤਿਕਾਰਯੋਗ ਸਿਰਜਣਾਤਮਕ ਟੀਮ ਦੇ ਸਾਰੇ ਹੀ ਪ੍ਰਬੰਧਕਾਂ ਨੂੰ ਮੇਰੇ ਵੱਲੋਂ, ਅਮਨਦੀਪ ਕੌਰ ਜੋਗਾ ਵੱਲੋਂ ਬਹੁਤ ਹੀ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਰੇ ਹੀ ਬਹੁਤ ਵਧੀਆ ਜੋ ਅਧਿਆਪਕ ਜਿਨ੍ਹਾਂ ਦਾ ਮੈਨੂੰ ਅੱਜ ਸਾਥ ਮਿਲ ਰਿਹਾ ਹੈ ਤੇ ਮੈਨੂੰ ਖੁਸ਼ੀ ਹੋ ਰਹੀ ਹੈ। ਮੈਂ ਤਾਂ ਇੱਕ ਪਹਿਲਾ ਸਟੈਪ ਹੈ, ਮੇਰਾ ਪਹਿਲਾ ਕਦਮ ਹੀ ਹੈ ਕਵਿਤਾ ਦੇ ਖੇਤਰ ਦੇ ਵਿੱਚ, ਔਰ ਬਹੁਤ ਅੱਛਾ ਲੱਗਿਆ ਕਿ ਬਹੁਤ ਵਧੀਆ ਸ਼ਖਸੀਅਤਾਂ ਨਾਲ ਅੱਜ ਮੁਲਾਕਾਤ ਹੋ ਰਹੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੀ ਨਿਮਾਣੀ ਜੀ ਛੋਟੀ ਜਿਹੀ ਕਵਿਤਾ ਲੈ ਕੇ ਤੁਹਾਡੇ ਰੂਬਰੂ ਹੋ ਰਹੀ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਛੀ ਲੱਗੂਗੀ। ਮੇਰੀ ਕਵਿਤਾ ਹੈ, ਏਦਾਂ ਨਾ ਉਦਾਸ ਹੋ। ਏਦਾਂ ਨਾ ਉਦਾਸ ਹੋ, ਤੂੰ ਕੱਲਾ ਰਹਿ ਜਾਏਗਾ। ਏਦਾਂ ਨਾ ਉਦਾਸ ਹੋ, ਤੂੰ ਕੱਲਾ ਰਹਿ ਜਾਏਗਾ। ਏਦਾਂ ਨਾ ਬੇਉਮੀਦ ਹੋ, ਤੂੰ ਝੱਲਾ ਹੋ ਜਾਏਗਾ। ਦਿਲਾਂ ਵਿੱਚ ਸਾਮ ਗਮ
हंस के दिखा जरा, देखी तेरे नाल फिर काफिला हो जाएगा। तैनू वेख किन्ने फुੱਲ होर मुस्कुराउणगे, तैनू वेख किन्ने फुੱਲ होर मुस्कुराउणगे, देखी तू भी किसे नू महकना सिखाएगा, ਏਦਾਂ ਨਾ ਉਦਾਸ ਹੋ ਤੂੰ ਕੱਲਾ ਰਹਿ ਜਾਏਗਾ। बहुत अच्छे। ਜਾਣਦੀ ਹਾਂ ਚਾਰੇ ਪਾਸੇ ਖੁਦਕੁਸ਼ੀਆਂ ਦਾ ਕਹਿਰ ਏ, ਜਾਣਦੀ ਹਾਂ ਚਾਰੇ ਪਾਸੇ ਖੁਦਕੁਸ਼ੀਆਂ ਦਾ ਕਹਿਰ ਏ, ਲੁੱਟਿਆ ਸੀ ਕੱਲ ਉਹ ਮੇਰਾ ਹੀ ਸ਼ਹਿਰ ਏ। ਦੇਖੀ ਕਿਸੇ ਮਾਸੂਮ ਦਾ ਦਿਲ ਨਾ ਟੁੱਟ ਜਾਵੇ, ਜ਼ਹਿਰਾਂ ਦੇ ਵਿੱਚ ਤੂੰ ਅੰਮ੍ਰਿਤ ਲਿਆਏਗਾ, ਏਦਾਂ ਨਾ ਉਦਾਸ ਹੋ ਤੂੰ ਕੱਲਾ ਰਹਿ ਜਾਏਗਾ। ਤੇਰੀ ਇਹ ਕਹਾਣੀ ਦੀ ਕੋਈ ਮੇਰੇ ਕੋਲੋਂ ਭੁੱਲ ਨਾ, ਦਾਜ ਦਿਆਂ ਲੋਭੀਆਂ ਨੂੰ ਡਿਗਰੀਆਂ ਦਾ ਕੋਈ ਮੁੱਲ ਨਾ, ਰਾਮਾਂ ਤੇ ਖੜੇ ਸਾਰੇ ਬਣਦਾ ਕੋਈ ਪੁੱਲ ਨਾ, ਚਿਣਗਾਂ ਦੀ ਲੋ ਤੂੰ ਨੌਜਵਾਨਾਂ 'ਚ ਜਗਾਏਗਾ, ਏਦਾਂ ਨਾ ਉਦਾਸ ਹੋ ਤੂੰ ਕੱਲਾ ਰਹਿ ਜਾਏਗਾ, ਏਦਾਂ ਨਾ ਬੇਉਮੀਦ ਹੋ ਤੂੰ ਝੱਲਾ ਹੋ ਜਾਏਗਾ। ਕੱਲ ਕਿਸੇ ਦੀ ਭੈਣ ਜੋ ਆਤਮ ਦਾਹ ਕਰ ਗਈ, ਉਸ ਦੇ ਬਾਪੂ ਨੇ ਵੀ ਜਾਨ ਤਲੀ ਤੇ ਧਰ ਲਈ, ਜਿਉਣਾ ਤੂੰ ਸਿਖਾਉਣਾ ਉਹਨਾਂ ਹੌਸਲਾ ਜਿਹਾ ਕਰਕੇ, ਇੰਜ ਖਤਮ ਹੁੰਦੀਆਂ ਨਸਲਾਂ ਨੂੰ ਤੂੰ ਬਚਾਏਗਾ, ਏਦਾਂ ਨਾ ਉਦਾਸ ਹੋ ਤੂੰ ਕੱਲਾ ਰਹਿ ਜਾਏਗਾ, ਏਦਾਂ ਨਾ ਬੇਉਮੀਦ ਹੋ ਤੂੰ ਝੱਲਾ ਹੋ ਜਾਏਗਾ। ਇੱਕ ਉਹ ਕਿਸਾਨ ਜਿਹਦੀ ਫਸਲ ਸਾਰੀ ਮਰ ਗਈ, ਇੱਕ ਉਹ ਕਿਸਾਨ ਜਿਹਦੀ ਫਸਲ ਸਾਰੀ ਮਰ ਗਈ, ਕਰਜ਼ੇ 'ਚ ਡੁੱਬਿਆਂ ਨੇ ਜ਼ਮੀਨ ਬੈਅ ਕਰ ਲਈ, ਬੇਜ਼ਮੀਨੇ ਲੋਕਾਂ ਦੀ ਕਹਾਣੀ ਉਹਨਾਂ ਤੋਂ ਸੁਣਾਏਗਾ, ਏਦਾਂ ਨਾ ਉਦਾਸ ਹੋ ਤੂੰ ਕੱਲਾ ਰਹਿ ਜਾਏਗਾ, ਏਦਾਂ ਨਾ ਬੇਉਮੀਦ ਹੋ ਤੂੰ ਝੱਲਾ ਹੋ ਜਾਏਗਾ। ਦਿਲਾਂ ਵਿੱਚ ਸਾਮ ਗਮ ਹੱਸ ਕੇ ਵਿਖਾ ਜਰਾ, ਵੇਖੀ ਤੇਰੇ ਨਾਲ ਫਿਰ ਕਾਫਿਲਾ ਹੋ ਜਾਏਗਾ, ਏਦਾਂ ਨਾ ਉਦਾਸ ਹੋ ਤੂੰ ਕੱਲਾ ਰਹਿ ਜਾਏਗਾ। ਵਾਹ ਜੀ, ਮੇਰੀ ਹਾਂਜੀ ਇੱਕ ਮੇਰੀ ਹੋਰ ਛੋਟੀ ਜੀ ਕਵਿਤਾ ਹੈ, ਜੇ ਕਹੋ ਤਾਂ ਮੈਂ ਸੁਣਾ ਦਿੰਨੀ ਆ। ਹਾਂਜੀ ਕਵਿਤਾ ਹੈ, ਕਵਿਤਾ ਦਾ ਨਾਂ ਹੈ ਸ਼ੁਦੈਣ। ਮੁਹੱਬਤ ਵਿੱਚ ਮੈਂ ਉਸਨੂੰ ਕਈ ਨਾਂ ਦਿੱਤੇ, ਮੁਹੱਬਤ ਵਿੱਚ ਮੈਂ ਉਸਨੂੰ ਕਈ ਨਾਂ ਦਿੱਤੇ, ਸੱਜਣ ਜੀ, ਮਾਈਆ, ਢੋਲਾ, ਚੰਨ ਜੀ, ਸੂਹੇ ਰੰਗਿਆ, ਚੀਰੇ ਬਾਲੜਿਆ, ਜਾਵੇ ਦਿਲ ਦਿਆ ਥੋੜਿਆ, ਜਨਾਬ, ਮੋਤੀਆਂ ਵਾਲੇ, ਰੂਹਾਂ ਰੰਗੇ, ਵੰਗਾਂ ਵਰਗੇ, ਸੋਹਣਾ, ਸਰਕਾਰ, ਦਿਲ ਜਾਨੀ, ਕਾਲਿਆ, ਮੁਹੱਬਤ ਰੰਗੇ, ਨਾ ਜਾਣੇ ਕੀ ਕੀ। ਉਸਨੇ ਮੈਨੂੰ ਇੱਕੋ ਗੱਲ ਆਖੀ, ਕਿਤੇ ਤੂੰ ਸ਼ੁਦੈਣ ਤਾਂ ਨਹੀਂ ਹੋ ਗਈ। ਧੰਨਵਾਦ ਜੀ। ਬਹੁਤ ਵਧੀਆ, ਬਹੁਤ ਅੱਛਾ। ਬਹੁਤ ਖੂਬਸੂਰਤ ਮੈਡਮ। ਤੇ ਹੁਣ ਮੈਂ ਬੁਲਾਵਾਂਗਾ ਮੈਡਮ ਮੀਨਾ ਮਹਿਰੋਕ ਹੋਰਾਂ ਨੂੰ। ਮੈਡਮ ਮੀਨਾ ਮਹਿਰੋਕ ਇੱਕ ਅਧਿਆਪਕਾ ਹੋਣ ਦੇ ਨਾਲ ਨਾਲ ਬਹੁਤ ਸਾਰੀਆਂ ਸਾਹਿਤਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ, ਤੇ ਇਹਨਾਂ ਦੀ ਪਛਾਣ ਇੱਕ ਹੋਸਟ ਵਜੋਂ ਬਣੀ ਹੈ। ਬਹੁਤ ਸਾਰੇ ਪ੍ਰੋਗਰਾਮਾਂ ਦੀ ਇਹ ਹੋਸਟਿੰਗ ਕਰਦੇ ਨੇ। ਔਰਤ ਦੀ ਵੇਦਨਾ, ਸਮਾਜ ਵਿਚਲੇ ਸੰਘਰਸ਼, ਇਹ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ ਜਿਹੜੇ ਸਾਨੂੰ ਦਿਖਾਈ ਦਿੰਦੇ ਨੇ ਬਿੰਬ। ਤੇ ਪਾਠਕਾਂ ਸਾਹਮਣੇ ਆਪਣੀ ਨਵੀਂ ਪੁਸਤਕ ਹੁੰਦਿਆਂ ਸੁਣਦਿਆਂ ਲੈ ਕੇ ਹਾਜ਼ਰ ਹੋਏ ਨੇ ਮੈਡਮ ਮੀਨਾ ਮਹਿਰੋਕ ਜੀ, ਤੇ ਮੈਂ ਹੁਣ ਉਹਨਾਂ ਨੂੰ ਆਖਾਂਗਾ ਕਿ ਉਹ ਅੱਜ ਦੀ ਇਸ ਮਹਿਫਲ ਵਿੱਚ ਆਪਣੀਆਂ ਕਵਿਤਾਵਾਂ ਸੁਣਾਉਣ। ਬਹੁਤ ਬਹੁਤ ਸ਼ੁਕਰੀਆ ਸਰ। ਸਭ ਤੋਂ ਪਹਿਲਾਂ ਤਾਂ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਸਾਰੀ ਹੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਜੋ ਮੈਨੂੰ ਜਿਹੜੇ ਮੇਰੇ ਬੜੇ ਹੀ ਸਤਿਕਾਰਕ ਜਿੰਨੇ ਵੀ ਲੋਕ ਬੈਠੇ ਆ, ਮੈਨੂੰ ਅੱਜ ਉਹਨਾਂ ਦੇ ਸਾਹਮਣੇ ਬੋਲਣ ਦਾ, ਉਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਆਪਣੇ ਬਾਰੇ ਦੱਸਦੀ ਹਾਂ ਕਿ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਮਮਦੋਟ ਦੇ ਵਿੱਚ ਐਜ਼ ਏ ਪੰਜਾਬੀ ਮਿਸਟਰੈਸ ਜੌਬ ਕਰ ਰਹੀ ਹਾਂ। ਔਰ ਤੁਸੀਂ ਜਿਵੇਂ ਦੱਸ ਹੀ ਦਿੱਤਾ ਕਿ ਮੇਰੀ ਕਿਤਾਬ ਚੰਦ ਕਰੋਜ਼ ਦੇ ਵਿੱਚ ਆ ਰਹੀ ਹੈ, ਹੁੰਦਿਆਂ ਸੁੰਦਿਆਂ, ਜਿਸ ਦਾ ਟਾਈਟਲ ਹੈ। ਤਾਂ ਅੱਜ ਮੈਂ 4 ਕੁ ਸਾਲ ਪਹਿਲੇ ਇੱਕ ਕਵਿਤਾ ਲਿਖੀ ਸੀ, ਇੱਕ ਕਵਿਤਾ ਸੁਣਾਵਾਂਗੀ ਔਰ 2 ਛੋਟੀ ਗਜ਼ਲ ਇੱਥੇ ਕਹਿ ਕੇ ਜਾਵਾਂਗੀ, ਸੋ ਗੌਰ ਕਰਨਾ। ਕਹਿੰਦੇ ਕਿ ਦੋਹਰੇ ਕਿਰਦਾਰਾਂ ਦੀ ਕੀ ਗੱਲ ਕਰਾਂ, ਦੋਹਰੇ ਕਿਰਦਾਰਾਂ ਦੀ ਕੀ ਗੱਲ ਕਰਾਂ, ਮਖੌਟੇ ਹਜ਼ਾਰਾਂ ਦੀ ਕੀ ਗੱਲ ਕਰਾਂ, ਦੋਹਰੇ ਕਿਰਦਾਰਾਂ ਦੀ ਕੀ ਗੱਲ ਕਰਾਂ, ਮਖੌਟੇ ਹਜ਼ਾਰਾਂ ਦੀ ਕੀ ਗੱਲ ਕਰਾਂ, ਇੱਥੇ ਤਾਂ ਚਿੱਟੇ ਕੱਪੜਿਆਂ ਵਿੱਚ ਹੀ ਕਾਲੇ ਸਾਧ ਲੁਕੇ ਨੇ, ਇੱਥੇ ਤਾਂ ਚਿੱਟੇ ਕੱਪੜਿਆਂ ਦੇ ਵਿੱਚ ਹੀ ਕਾਲੇ ਸਾਧ ਲੁਕੇ ਨੇ, ਬੁੱਕਲ ਵਿੱਚ ਛੁਪੇ ਗਦਾਰਾਂ ਦੀ ਕੀ ਗੱਲ ਕਰਾਂ। ਬਹੁਤ ਅੱਛੀ। ਭੁੱਕੀ ਬੰਦ ਕਰ, ਗੋਲੀਆਂ ਹਸਪਤਾਲ ਸ਼ਰੇਆਮ ਵੇਚਦੀ, ਭੁੱਕੀ ਬੰਦ ਕਰ, ਗੋਲੀਆਂ ਹਸਪਤਾਲ ਸ਼ਰੇਆਮ ਵੇਚਦੀ, ਜਵਾਨੀ ਖਾਣ ਵਾਲੀਆਂ ਡੈਣ ਸਰਕਾਰਾਂ ਦੀ ਕੀ ਗੱਲ ਕਰਾਂ। ਕੋਟ ਦੇ ਧੱਕੇ ਖਾਂਦੇ ਖਾਂਦੇ ਦੁਖਿਆਰੇ ਮਰ ਮੁੱਕ ਜਾਂਦੇ ਨੇ,
ਕੋਟ ਦੇ ਧੱਕੇ ਖਾਂਦੇ ਖਾਂਦੇ ਦੁਖਿਆਰੇ ਮਰ ਮੁੱਕ ਜਾਂਦੇ ਨੇ। ਇਨਸਾਫ ਦੀ ਅਪੀਲ ਲਈ ਕਿਹੜੇ ਬਿਨੈਕਾਰਾਂ ਦੀ ਕੀ ਗੱਲ ਕਰਾਂ, ਕਿ ਮੁਖੌਟੇ ਮੂੰਹ ਤੇ ਹਜ਼ਾਰਾਂ ਦੀ ਕੀ ਗੱਲ ਕਰਾਂ। ਕਹਿੰਦੇ ਕਿ ਲੁਟੇਰੇ ਲੁੱਟਦੇ ਰਹੇ ਆਬਰੂ, ਤੇ ਕੋਲ ਖੜੇ ਨੇ ਸੀ ਤੱਕ ਨਾ ਕੀਤੀ। ਲੁਟੇਰੇ ਲੁੱਟਦੇ ਰਹੇ ਆਬਰੂ, ਤੇ ਕੋਲ ਖੜੇ ਨੇ ਸੀ ਤੱਕ ਨਾ ਕੀਤੀ। ਭੋਲੀਆਂ ਭਾਲੀਆਂ ਦੇ ਇਹੋ ਜਿਹੇ ਦਲਾਲ ਯਾਰਾਂ ਦੀ ਕੀ ਗੱਲ ਕਰਾਂ, ਕਿ ਮੁਖੌਟੇ ਮੂੰਹ ਤੇ ਹਜ਼ਾਰਾਂ ਦੀ ਕੀ ਗੱਲ ਕਰਾਂ। ਕਰੋੜ ਜੀਵ ਕਰੋੜ ਜੰਤੂ ਇੱਕ ਦੀ ਇੱਕ ਨਾਲ ਸ਼ਕਲ ਪੜ੍ਹ ਕੇ ਹੀ ਸੁਣਾਉਣਾ ਪਊਗਾ। ਤੇ ਉਹਦੇ ਵਿੱਚ ਹਾਂ 2 ਗਜ਼ਲਾਂ ਤੁਹਾਡੇ ਪੇਸ਼ ਨੇ ਜੀ, ਐਨਕ ਵੀ ਲਾਉਣੀ ਪਊਗੀ। ਪਹਿਲੀ ਗਜ਼ਲ ਤੁਹਾਡੀ ਨਜ਼ਰ ਕਰ ਰਿਹਾ। ਇਹ ਨਾ ਰਹਿੰਦਾ ਮਸਜਿਦਾਂ ਅੰਦਰ, ਨਾ ਦਿਸਦਾ ਮੰਦਰਾਂ ਅੰਦਰ। ਨਾ ਰਹਿੰਦਾ ਮਸਜਿਦਾਂ ਅੰਦਰ, ਨਾ ਦਿਸਦਾ ਮੰਦਰਾਂ ਅੰਦਰ। ਮੈਂ ਜਿਸ ਨੂੰ ਰੱਬ ਕਹਿੰਦਾ ਹਾਂ ਉਹ ਵਸਦਾ ਹੈ ਦਿਲਾਂ। ਕੀ ਬਾਤ, ਬਹੁਤ ਖੂਬ। ਪਹਿਲਾ ਸ਼ੇਰ ਹੈ ਕਿ ਉਹ ਸੋਚਾਂ ਫਿਰ ਮੇਰੇ ਜੀਵਨ 'ਚ ਆ ਕੇ ਪਾਉਂਦੀਆਂ ਖੌਰੂ। ਉਹ ਸੋਚਾਂ ਫਿਰ ਮੇਰੇ ਜੀਵਨ 'ਚ ਆ ਕੇ ਪਾਉਂਦੀਆਂ ਖੌਰੂ। ਮੈਂ ਸ਼ਾਇਦ ਆਇਆ ਸਾਂ ਜਿਨ੍ਹਾਂ ਨੂੰ ਕਦੇ ਮਾਰੂ ਥਲਾ। ਇਹਨਾਂ ਲੋਭਾਂ ਤੇ ਗਰਜਾਂ ਦਾ ਸਮੁੰਦਰ ਬਹੁਤ ਡੂੰਘਾ ਹੈ। ਇਹਨਾਂ ਲੋਭਾਂ ਤੇ ਗਰਜਾਂ ਦਾ ਸਮੁੰਦਰ ਬਹੁਤ ਡੂੰਘਾ ਹੈ। ਕਿਸੇ ਨੂੰ ਤਾਰ ਦਿੰਦਾ ਹੈ ਕਈ ਡੁੱਬਦੇ ਪਲਾਂ ਅੰਦਰ। ਸ਼ੇਰ ਹੈ ਕਿ ਕਦੇ ਵੀ ਆਸ ਨਾ ਰੱਖਿਓ ਕਿ ਮੈਂ ਗਾਵਾਂਗਾ ਉਹਨਾਂ ਲਈ। ਕਦੇ ਵੀ ਆਸ ਨਾ ਰੱਖਿਓ ਕਿ ਮੈਂ ਗਾਵਾਂਗਾ ਉਹਨਾਂ ਲਈ। ਲਿਆਉਂਦੇ ਨਾਲ ਜੋ ਛੁਰੀਆਂ ਹਮੇਸ਼ਾ ਮਹਿਫਲਾਂ ਅੰਦਰ। ਤੇ ਅਗਲਾ ਸ਼ੇਰ ਹੈ ਕਿ ਹਨੇਰਾ ਬਸਤੀਆਂ ਅੰਦਰ ਸੰਘਾਸਣ ਦੀ ਸ਼ੈਤਾਨੀ ਹੈ। ਹਨੇਰਾ ਬਸਤੀਆਂ ਅੰਦਰ ਸੰਘਾਸਣ ਦੀ ਸ਼ੈਤਾਨੀ ਹੈ। ਉਹਨੂੰ ਨਹੀਂ ਦਿਸ ਰਹੇ ਦੀਵੇ ਜੋ ਜਗਦੇ ਨੇ ਮਨਾਂ ਅੰਦਰ। ਵਾਹ ਜੀ। ਸਦਾ ਕਹਿੰਦੇ ਨੇ ਜਰਵਾਣੇ ਤੈਨੂੰ ਸੇਕ ਲਾਵਾਂਗੇ। ਸਦਾ ਕਹਿੰਦੇ ਨੇ ਜਰਵਾਣੇ ਕਿ ਤੈਨੂੰ ਸੇਕ ਲਾਵਾਂਗੇ। ਉਹ ਕੀ ਸਮਝਣ ਮੇਰਾ ਘਰ ਹੈ ਬੜੇ ਤਪਦੇ ਘਰਾਂ ਅੰਦਰ। ਕੀ ਸਮਝਣ ਮੇਰਾ ਘਰ ਹੈ ਬੜੇ ਤਪਦੇ ਘਰਾਂ ਅੰਦਰ। ਨਾ ਰਹਿੰਦਾ ਮਸਜਿਦਾਂ ਅੰਦਰ, ਨਾ ਦਿਸਦਾ ਮੰਦਰਾਂ ਅੰਦਰ। ਮੈਂ ਜਿਸ ਨੂੰ ਰੱਬ ਕਹਿੰਦਾ ਹਾਂ ਉਹ ਵਸਦਾ ਹੈ ਦਿਲਾਂ। ਇੱਕ ਗਜ਼ਲ ਜੇ ਇਜਾਜ਼ਤ ਹੋਵੇ ਤਾਂ ਮੈਂ ਹੋਰ ਛੋਟੀ ਜੀ ਪੜ੍ਹ ਦਿਆਂ। ਜੀ ਸਰ। ਹਾਂਜੀ ਜੀ। ਤੇ ਮੈਂ ਲੱਭ ਰਿਹਾ ਸੀ ਕੁਛ ਏਦਾਂ ਦੀ ਵਿੱਚੋਂ ਬੁੱਕ ਚੋਂ। ਇਹ ਵੈਸੇ ਟਾਈਮ ਹੀ ਖਰਾਬ ਕਰ ਰਿਹਾ ਹੈ ਤੇ ਗਜ਼ਲ ਸੁਣਾ ਦੇਣੀ ਚਾਹੀਦੀ ਸੀ। ਚਲੋ ਜਿਹੜੀ ਵੀ ਹੁਣ ਮੇਰੇ ਸਾਹਮਣੇ ਆਈ ਹੈ, ਮੈਂ ਇਹਦੀ ਚੁਆਇਸ ਤਾਂ ਮੈਂ ਲੱਭ ਨਹੀਂ ਸਕਿਆ। ਸੋ ਹਾਂ ਇੱਕ ਵੈਸੇ ਵੀ ਅੱਜ ਬਣਦੀ ਹੋ ਗਜ਼ਲ ਕਿ ਦੇਸ਼ ਦੀ ਸੱਤਾ ਉੱਤੇ ਕਾਬਜ ਫੇਰ ਔਰੰਗੇ ਆ ਬੈਠੇ। ਦੇਸ਼ ਦੀ ਸੱਤਾ ਉੱਤੇ ਕਾਬਜ ਫੇਰ ਔਰੰਗੇ ਆ ਬੈਠੇ ਨੇ। ਹਰ ਕੁਰਸੀ ਹਰ ਦਫ਼ਤਰ ਅੰਦਰ ਭਗਵੇਂ ਰੰਗੇ ਆ ਬੈਠੇ ਨੇ। ਬਹੁਤ ਅੱਛਾ। ਪਹਿਲਾ ਸ਼ੇਰ ਹੈ ਕਿ ਗੋਲ ਭਵਨ ਵਿੱਚ ਵਿਗਿਆਨਕ ਅਧਿਆਪਕ ਹੋਣੇ ਚਾਹੀਦੇ ਸੀ। ਗੋਲ ਭਵਨ ਵਿੱਚ ਵਿਗਿਆਨਕ ਅਧਿਆਪਕ ਹੋਣੇ ਚਾਹੀਦੇ ਸੀ। ਉਸ ਥਾਂ ਉੱਤੇ ਵੀ ਅੱਜ ਕੱਲ ਕੁਝ ਸਾਧੂ ਨੰਗੇ ਆ ਬੈਠੇ। ਕਿਆ ਬਾਤ। ਅਗਲਾ ਸ਼ੇਰ ਹੈ ਕਿ ਚੋਰ ਡਾਕੂਆਂ ਠੱਗਾਂ ਦੇ ਸੰਗ ਚੌਕੀਦਾਰ ਵੀ ਰਲ ਚੁੱਕਾ ਹੈ। ਕਿਆ ਬਾਤ। ਚੋਰ ਡਾਕੂਆਂ ਠੱਗਾਂ ਦੇ ਸੰਗ ਚੌਕੀਦਾਰ ਵੀ ਰਲ ਚੁੱਕਾ ਹੈ। ਪਹਿਰੇਦਾਰਾਂ ਦੀ ਥਾਂ ਰਾਖੇ ਲੋਕ ਮਲੰਗੇ ਆ ਬੈਠੇ ਨੇ। ਇਹ ਲੋਕਾਂ ਨੇ ਤਾਂ ਸਰਕਾਰਾਂ ਤੋਂ ਮੰਗਿਆ ਸਦਾ ਸਕੂਨ ਜਿਹਾ ਸੀ। ਲੋਕਾਂ ਨੇ ਤਾਂ ਸਰਕਾਰਾਂ ਤੋਂ ਮੰਗਿਆ ਸਦਾ ਸਕੂਨ ਜਿਹਾ ਸੀ। ਸਭ ਦੇ ਘਰ ਦੇ ਸਾਹਮਣੇ ਲੇਕਿਨ ਹਰਦਮ ਦੰਗੇ ਆ ਬੈਠੇ ਨੇ। ਮਕਤਾ ਹੈ ਗਜ਼ਲ ਦਾ ਇਸਦਾ ਕਿ ਸੋਚ ਰਹੀ ਹੈ ਪ੍ਰਜਾ
कि वो आखिरकार समझेगा ही। सोच रही है प्रजा कि वो आखिरकार समझेगा ही, पर हाकम दी बुद्धि अंदर पुठे पंगे आ बैठे ने। बहुत अच्छा, बहुत अच्छा। देश दी सत्ता उत्ते काबज फिर औरंगे आ बैठे ने, हर कुर्सी हर दफ्तर अंदर भगवे रंगे आ बैठे। बहुत बढ़िया मनदीप पाल जी, बहुत बढ़िया। हाँ, बहुत बहुत शुक्रिया। मेरे हिसाब से टाइम भी मैंने इन्ना को लेना चाहिए। बहुत बहुत धन्यवाद एक बार फिर सारे का। ਦੋਸਤੋ ਬਲਜੀਤ ਪਾਲ ਜੀ ਹੋਰਾਂ ਨੂੰ ਸੁਣਨ ਤੋਂ ਬਾਅਦ ਮੈਂ ਅੱਜ ਦੇ ਅਗਲੇ ਕਵੀ ਡਾਕਟਰ ਅਮਰਜੀਤ ਕੌਂਕੇ ਹੋਰਾਂ ਨੂੰ ਸੱਦਾ ਦੇਵਾਂਗਾ। ਡਾਕਟਰ ਅਮਰਜੀਤ ਕੌਂਕੇ ਹੋਰਾਂ ਨੇ ਪੰਜਾਬੀ ਸਾਹਿਤ ਦੇ ਵਿੱਚ 7 ਕਾਵਿ ਸੰਗ੍ਰਹਿ ਤੇ 4 ਹਿੰਦੀ ਭਾਸ਼ਾ ਦੇ ਕਾਵਿ ਸੰਗ੍ਰਹਿ ਤੇ 1 ਅੰਗਰੇਜ਼ੀ ਭਾਸ਼ਾ ਦਾ ਕਾਵਿ ਸੰਗ੍ਰਹਿ ਦੀ ਸਿਰਜਣਾ ਕੀਤੀ ਹੈ। ਇੱਥੇ ਬਸ ਨਹੀਂ, ਹਿੰਦੀ ਤੋਂ ਪੰਜਾਬੀ 16 ਕਿਤਾਬਾਂ ਦਾ ਇਹਨਾਂ ਨੇ ਅਨੁਵਾਦ ਕੀਤਾ, ਪੰਜਾਬੀ ਤੋਂ ਹਿੰਦੀ 9 ਕਿਤਾਬਾਂ ਤੇ ਅੰਗਰੇਜ਼ੀ ਤੋਂ ਪੰਜਾਬੀ 2 ਕਿਤਾਬਾਂ। ਇਸ ਤੋਂ ਬਿਨਾਂ ਇਹਨਾਂ ਨੇ 6 ਕਿਤਾਬਾਂ ਦਾ ਜਿਹੜਾ ਸੰਪਾਦਨ ਕੀਤਾ ਹੈ ਤੇ ਬਹੁਤ ਸਾਰਾ ਕੰਮ ਇਹਨਾਂ ਦੀ ਖੁਦ ਦੀ ਕਵਿਤਾ ਤੇ ਐਮਫਿਲ ਤੇ ਪੀਐਚਡੀ ਦੇ ਵਿਦਿਆਰਥੀਆਂ ਨੇ ਕੀਤਾ ਹੈ। ਤੇ ਮੈਂ ਬਹੁਤ ਸਮਾਂ ਲੈਂਦਾ ਹੁੰਦਾ ਬੁਲਾਵਾਂਗਾ ਡਾਕਟਰ ਅਮਰਜੀਤ ਕੌਂਕੇ ਨੂੰ, ਉਹ ਅੱਜ ਦੀ ਇਸ ਮਹਿਫਿਲ ਦੇ ਵਿੱਚ ਆਪਣੀਆਂ ਕਵਿਤਾਵਾਂ ਸੁਣਾਉਣ। ਡਾਕਟਰ ਅਮਰਜੀਤ ਕੌਂਕੇ। ਸ਼ੁਕਰੀਆ ਜੀ ਬਹੁਤ ਬਹੁਤ। ਸਿਰਜਣਾਤਮਕ ਸਿੱਖਿਆ ਸੰਸਾਰ ਦੇ ਵਿੱਚ ਇਸ ਨਾਲ ਜੋੜਨ ਵਾਸਤੇ ਮੈਨੂੰ ਡਾਕਟਰ ਕੁਲਦੀਪ ਸਿੰਘ ਦੀਪ ਤੇ ਡਾਕਟਰ ਇੰਦਰਪ੍ਰੀਤ ਧਾਮੀ ਹੋਰਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਸ ਗੱਲ ਲਈ ਕਿ ਸਾਰੇ ਬੜਾ ਮਜ਼ਾ ਆਇਆ ਅੱਜ। ਬੜੇ ਮਤਲਬ ਜਿਹੜੇ ਜਿਨ੍ਹਾਂ ਨੂੰ ਅਕਸਰ ਫੇਸਬੁੱਕ ਤੇ ਦੇਖਦੇ ਰਹੀਦਾ ਸੀ, ਪੜ੍ਹਦੇ ਸੁਣਦੇ ਰਹੀਦਾ ਸੀ, ਉਹਨਾਂ ਨੂੰ ਰੂਬਰੂ ਹੋ ਕੇ ਸੁਣਨ ਦਾ ਮੌਕਾ ਮਿਲਿਆ। ਸਾਰੇ ਦੋਸਤਾਂ ਨੇ ਬੜੀਆਂ ਹੀ ਪਿਆਰੀਆਂ ਕਵਿਤਾਵਾਂ ਜਿਹੜੀਆਂ ਸਾਂਝੀਆਂ ਕੀਤੀਆਂ ਸਾਡੇ ਨਾਲ, ਤੇ ਮੈਂ ਵੀ ਤੁਹਾਡੇ ਨਾਲ ਇੱਕ ਆਪਣੀ ਕਵਿਤਾ ਸਾਂਝੀ ਕਰਾਂਗਾ। ਕਵਿਤਾ ਦਾ ਨਾਂ ਹੈ ਹੌਲੀ ਹੌਲੀ। ਜੀ। ਇਸੇ ਤਰ੍ਹਾਂ ਹੌਲੀ ਹੌਲੀ ਖੁਆਇਸ਼ਾਂ ਖਤਮ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੌਲੀ ਹੌਲੀ ਮਰਦਾ ਹੈ ਆਦਮੀ। ਇਸੇ ਤਰ੍ਹਾਂ ਹੌਲੀ ਹੌਲੀ ਖੁਆਇਸ਼ਾਂ ਖਤਮ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੌਲੀ ਹੌਲੀ ਮਰਦਾ ਹੈ ਆਦਮੀ। ਇਸੇ ਤਰ੍ਹਾਂ ਹੌਲੀ ਹੌਲੀ ਅੱਖਾਂ ਚੋਂ ਸੁਪਨੇ ਤੇ ਸੁਪਨਿਆਂ ਚੋਂ ਰੰਗ ਖਤਮ ਹੁੰਦੇ। ਇਸੇ ਤਰ੍ਹਾਂ ਹੌਲੀ ਹੌਲੀ ਅੱਖਾਂ ਚੋਂ ਸੁਪਨੇ ਤੇ ਸੁਪਨਿਆਂ ਚੋਂ ਰੰਗ ਖਤਮ ਹੁੰਦੇ, ਰੰਗਾਂ ਚੋਂ ਖਤਮ ਹੁੰਦੀ ਹੈ ਦੁਨੀਆ ਤੇ ਚਿੱਟੇ ਕੈਨਵਸ ਤੇ ਕਾਲੀਆਂ ਚਿੜੀਆਂ ਮਰੀਆਂ ਨਜ਼ਰ ਆਉਂਦੀਆਂ ਨੇ। ਇਸੇ ਤਰ੍ਹਾਂ ਹੌਲੀ ਹੌਲੀ ਇਬਾਰਤਾਂ ਕਵਿਤਾਵਾਂ ਵਿੱਚ ਸਿਮਟਦੀਆਂ, ਕਵਿਤਾਵਾਂ ਕਤਾਰਾਂ 'ਚ ਸੁੰਗੜਦੀਆਂ। ਮਿਊਟ ਹੋ ਗਏ ਸਰ ਜੀ। ਇਸੇ ਤਰ੍ਹਾਂ ਹੌਲੀ ਹੌਲੀ ਇਬਾਰਤਾਂ ਕਵਿਤਾਵਾਂ 'ਚ ਸਿਮਟਦੀਆਂ, ਕਵਿਤਾਵਾਂ ਕਤਾਰਾਂ 'ਚ ਸੁੰਗੜਦੀਆਂ, ਕਤਾਰਾਂ ਸ਼ਬਦਾਂ 'ਚ ਅਲੋਪ ਹੁੰਦੀਆਂ ਤੇ ਸ਼ਬਦ ਖਲਾ ਵਿੱਚ ਗੁਆਚ ਜਾਂਦੇ। ਇਸੇ ਤਰ੍ਹਾਂ ਹੌਲੀ ਹੌਲੀ ਉਡੀਕਦਿਆਂ ਅੱਖਾਂ 'ਚੋਂ ਉਡੀਕ ਮੁੱਕਦੀ, ਤੜਫਦਿਆਂ ਸੀਨੇ 'ਚੋਂ ਤੜਫ ਮਿਟ ਜਾਂਦੀ, ਚੁੰਮਣ ਲਈ ਤਰਸਦਿਆਂ ਬੁੱਲਾਂ ਨੂੰ ਲਰਜ਼ਣ ਦੀ ਜਾਚ ਭੁੱਲਦੀ, ਛੂਹਣਾ ਲੋਚਦਿਆਂ ਪੋਟਿਆਂ ਵਿੱਚੋਂ ਕੰਬਣੀ ਗੁਆਚ ਜਾਂਦੀ। ਬਹੁਤ ਅੱਛਾ। ਇਸੇ ਤਰ੍ਹਾਂ ਹੌਲੀ ਹੌਲੀ ਘਰ ਬੰਦੇ ਨੂੰ ਖਾ ਜਾਂਦੇ। ਇਸੇ ਤਰ੍ਹਾਂ ਹੌਲੀ ਹੌਲੀ ਘਰ ਬੰਦੇ ਨੂੰ ਖਾ ਜਾਂਦੇ, ਦੀਵਾਰਾਂ ਉਸ ਦੀ ਮਜਬੂਰੀ ਬਣ ਜਾਂਦੀਆਂ, ਜਿਹੜੇ ਰਿਸ਼ਤੇ ਉਸ ਦੇ ਪੈਰਾਂ ਦੀਆਂ ਬੇੜੀਆਂ ਹੁੰਦੇ, ਬੰਦਾ ਉਹਨਾਂ ਨੂੰ ਝਾਂਜਰਾਂ ਬਣਾ ਕੇ ਥਿਰਕਣ ਲੱਗਦਾ ਹੈ। ਕੀ ਬਾਤ ਹੈ। ਇਸੇ ਤਰ੍ਹਾਂ ਹੌਲੀ ਹੌਲੀ ਘਰ ਬੰਦੇ ਨੂੰ ਖਾ ਜਾਂਦੇ, ਦੀਵਾਰਾਂ ਉਸ ਦੀ ਮਜਬੂਰੀ ਬਣ ਜਾਂਦੀਆਂ, ਰਿਸ਼ਤੇ ਜਿਹੜੇ ਉਸ ਦੇ ਪੈਰਾਂ ਦੀਆਂ ਬੇੜੀਆਂ ਹੁੰਦੇ, ਬੰਦਾ ਉਹਨਾਂ ਨੂੰ ਝਾਂਜਰਾਂ ਬਣਾ ਕੇ ਥਿਰਕਣ ਲੱਗਦਾ ਹੈ। ਇਸੇ ਤਰ੍ਹਾਂ ਹੌਲੀ ਹੌਲੀ ਵਿਵਸਥਾ ਦੇ ਖਿਲਾਫ ਜੂਝਦਾ ਆਦਮੀ ਵਿਵਸਥਾ ਦਾ ਅਹਿਮ ਅੰਗ ਬਣ ਜਾਂਦਾ। ਬਹੁਤ ਅੱਛਾ। ਇਸੇ ਤਰ੍ਹਾਂ ਹੌਲੀ ਹੌਲੀ ਵਿਵਸਥਾ ਦੇ ਖਿਲਾਫ ਜੂਝਦਾ ਆਦਮੀ ਵਿਵਸਥਾ ਦਾ ਅਹਿਮ ਅੰਗ ਬਣ ਜਾਂਦਾ, ਰੰਗਾਂ ਦੀ ਦੁਨੀਆ ਦੇ ਵਿੱਚ ਘਸਮੈਲਾ ਜਿਹਾ ਰੰਗ ਬਣ ਜਾਂਦਾ ਅਤੇ ਕੈਨਵਸ ਤੋਂ ਇੱਕ ਦਿਨ ਅਲੋਪ ਹੋ ਜਾਂਦਾ। ਇਸੇ ਤਰ੍ਹਾਂ ਹੌਲੀ ਹੌਲੀ ਸੋਚਦਾ ਸੋਚਦਾ ਆਦਮੀ ਜੜ ਹੋ ਜਾਂਦਾ ਹੈ ਇੱਕ ਦਿਨ। ਇਸੇ ਤਰ੍ਹਾਂ ਸੋਚਦਾ ਸੋਚਦਾ ਆਦਮੀ ਜੜ ਹੋ ਜਾਂਦਾ ਹੈ ਇੱਕ ਦਿਨ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੋਈ ਉਸਦੇ ਹੱਥਾਂ ਚੋਂ ਕਲਮ ਕੋਈ ਕਾਗਜ਼ ਖੋਹ ਕੇ ਤੁਰ ਜਾਂਦਾ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੋਈ ਉਸਦੇ ਹੱਥਾਂ ਚੋਂ ਕਲਮ ਕੋਈ ਕਾਗਜ਼ ਖੋਹ ਕੇ ਤੁਰ ਜਾਂਦਾ। ਇਸੇ ਤਰ੍ਹਾਂ ਹੌਲੀ ਹੌਲੀ ਇੱਕ ਕਵੀ ਤੋਂ ਕੋਹਲੂ ਦਾ ਬੈਲ ਬਣ ਜਾਂਦਾ ਅਤੇ ਅੱਖਾਂ ਤੇ ਪੱਟੀ ਬੰਨੀ ਮੁਰਦਾ ਜ਼ਿੰਦਗੀ ਦੀ ਪਰਿਕਰਮਾ ਕਰਨ ਲੱਗਦਾ ਤੇ ਅੱਖਾਂ ਤੇ ਪੱਟੀ ਬੰਨੀ ਮੁਰਦਾ ਜ਼ਿੰਦਗੀ ਦੀ ਪਰਿਕਰਮਾ ਕਰਨ ਲੱਗਦਾ। ਬਹੁਤ ਅੱਛਾ ਕਹੋ। ਬਹੁਤ ਵਧੀਆ।
ਇੱਕ ਮੈਂ ਕਵਿਤਾ ਆਪਣੀ ਸੁਣਾਉਣੀ ਚਾਹੂੰਗਾ ਕਿ ਅਸੀਂ ਜਦੋਂ ਕਹਿੰਦੇ ਆ ਕਿ ਸਾਡੀ ਕਵਿਤਾ ਜਿਹੜੀ ਹੈ ਪੰਜਾਬੀ ਕਵਿਤਾ ਹੈ, ਕਵਿਤਾ ਆਪਣੇ ਪਾਠਕਾਂ ਨਾਲੋਂ, ਦਰਸ਼ਕਾਂ ਨਾਲ ਟੁੱਟ ਰਹੀ ਆ, ਲੇਖਕਾਂ ਨਾਲ ਟੁੱਟ ਰਹੀ ਆ, ਲੋਕਾਂ ਨਾਲ ਟੁੱਟ ਰਹੀ, ਖਾਸ ਤੌਰ ਤੇ ਆਮ ਤੌਰ ਤੇ। ਤਾਂ ਉਸ ਵਿੱਚ ਇੱਕ ਮੈਂ ਇਹ ਕਵਿਤਾ ਹੈ ਕਿ ਬੱਸ ਵਿੱਚ ਕਵੀ। ਇਹਦੇ ਵਿੱਚ ਦੱਸਣ ਦੀ ਲੋੜ ਨਹੀਂ ਕਿ ਜਿਹੜੀ ਬੱਸ ਹੈ ਸਾਡੇ ਸਮਾਜ ਦਾ ਹੀ ਪ੍ਰਤੀਕ ਹੈ। ਤਾਂ ਉਹ ਮੈਂ ਇੱਕ ਛੋਟੀ ਜਿਹੀ ਕਵਿਤਾ ਤੁਹਾਨੂੰ, ਕਿ ਚਾਰੋਂ ਪਾਸੇ ਉਲਝਾ ਦੇਣ ਵਾਲੀਆਂ ਆਵਾਜ਼ਾਂ ਨੇ ਤੇ ਕਵੀ ਬੱਸ 'ਚ ਬੈਠਾ ਕਵਿਤਾ ਸੋਚ ਰਿਹਾ ਹੈ। ਚਾਰੋਂ ਪਾਸੇ ਉਲਝਾ ਦੇਣ ਵਾਲੀਆਂ ਆਵਾਜ਼ਾਂ ਨੇ ਕਵੀ ਬੱਸ 'ਚ ਬੈਠਾ ਕਵਿਤਾ ਸੋਚ ਰਿਹਾ ਹੈ। ਕੰਡਕਟਰ ਟਿਕਟ ਲਈ ਆਵਾਜ਼ ਲਗਾਉਂਦਾ ਹੈ, ਡਰਾਈਵਰ ਕੰਨ ਚੀਰਵਾਂ ਹਾਰਨ ਵਜਾਉਂਦਾ ਹੈ, ਸਪੀਕਰ ਵਿੱਚ ਵੱਜਦੇ ਅਸ਼ਲੀਲ ਦੋ ਅਰਥੇ ਗਾਣੇ ਨੇ, ਮਾਵਾਂ ਦੀਆਂ ਗੋਦੀਆਂ ਵਿੱਚ ਰੋਂਦੇ ਨਿਆਣੇ ਨੇ, ਕਵੀ ਸ਼ਬਦਾਂ ਨੂੰ ਸੁਰਬੱਧ ਕਰ ਰਿਹਾ ਹੈ। ਕਵੀ ਨਹੀਂ ਜਾਣਦਾ ਕਿ ਬੱਸ ਵਿੱਚੋਂ ਕੌਣ ਉਤਰਦਾ ਤੇ ਕੌਣ ਚੜ੍ਹਦਾ ਹੈ। ਕਵੀ ਨਹੀਂ ਜਾਣਦਾ ਕਿ ਬੱਸ ਵਿੱਚੋਂ ਕੌਣ ਉਤਰਦਾ ਤੇ ਕੌਣ ਚੜ੍ਹਦਾ ਹੈ। ਇੱਕ ਬਜ਼ੁਰਗ ਹੈ ਜੋ ਕੰਡਕਟਰ ਦੇ ਵੱਧ ਪੈਸੇ ਮੰਗਣ ਤੇ ਉਸ ਨਾਲ ਲੜਦਾ ਹੈ। ਬੱਸ ਕਦੇ ਹੌਲੀ ਹੁੰਦੀ ਹੈ, ਰੁਕਦੀ ਹੈ, ਸਪੀਡ ਫੜਦੀ ਹੈ। ਕੋਈ ਬੁੱਢੀ ਪਿੰਡ ਦੇ ਰਾਹ ਤੇ ਉਤਰਨ ਦੇ ਲਈ ਡਰਾਈਵਰ ਨਾਲ ਲੜਦੀ ਹੈ। ਕਵੀ ਬੇਖਬਰ ਕਵਿਤਾ ਸੋਚ ਰਿਹਾ ਹੈ। ਬੱਸ ਕਦੇ ਹੌਲੀ ਹੁੰਦੀ ਹੈ, ਰੁਕਦੀ ਹੈ, ਸਪੀਡ ਫੜਦੀ ਹੈ। ਕੋਈ ਬੁੱਢੀ ਪਿੰਡ ਦੇ ਰਾਹ ਤੇ ਉਤਰਨ ਲਈ ਡਰਾਈਵਰ ਨਾਲ ਲੜਦੀ ਹੈ। ਕਵੀ ਬੇਖਬਰ ਕਵਿਤਾ ਸੋਚ ਰਿਹਾ ਹੈ। ਕਵਿਤਾ ਦੇ ਵਿੱਚ ਉਹ ਆਪਣੀ ਮਹਿਬੂਬ ਦੇ ਜਿਸਮ ਲਈ ਪ੍ਰਤੀਕ ਲੱਭ ਰਿਹਾ ਹੈ। ਕਵਿਤਾ ਦੇ ਵਿੱਚ ਉਹ ਆਪਣੀ ਮਹਿਬੂਬ ਦੇ ਜਿਸਮ ਲਈ ਪ੍ਰਤੀਕ ਲੱਭ ਰਿਹਾ ਹੈ। ਕੋਲ ਬੈਠੇ ਮਜ਼ਦੂਰ ਭਈਏ ਦੇ ਪਸੀਨੇ ਦੀ ਬਦਬੂ ਤੋਂ ਉਸ ਨੂੰ ਘਿਣ ਆਉਂਦੀ ਹੈ। ਉਹ ਸੋਚ ਰਿਹਾ ਹੈ ਕਿ ਉਸ ਦੀ ਮਹਿਬੂਬ ਕਿੰਨਾ ਮਹਿੰਗਾ ਸੈਂਟ ਲਾਉਂਦੀ ਹੈ, ਜਿਸ ਦੀ ਖੁਸ਼ਬੂ ਮੁਰਦਿਆਂ ਵਿੱਚ ਵੀ ਜਾਨ ਪਾਉਂਦੀ ਹੈ। ਪਰ ਉਹ ਇਸ ਬੱਸ ਦੀ ਭੀੜ, ਪਸੀਨਾ ਤੇ ਬਦਬੂ ਚੰਗੇ ਭਲੇ ਬੰਦੇ ਨੂੰ ਨਰਕ ਪਹੁੰਚਾਉਂਦੀ ਹੈ। ਕਵੀ ਸਿਰ ਝਟ ਕੇ ਫੇਰ ਬਾਰੀ ਚੋਂ ਬਾਹਰ ਤੱਕਦਾ ਹੈ। ਬਿੰਬਾਂ ਪ੍ਰਤੀਕਾਂ ਨੂੰ ਫੇਰ ਸ਼ਬਦਾਂ 'ਚ ਚਿਣ ਕੇ ਰੱਖਦਾ ਹੈ। ਕਵੀ ਕਵਿਤਾ ਸੋਚ ਰਿਹਾ ਹੈ। ਕੰਡਕਟਰ ਫੇਰ ਲੰਬੀ ਸੀਟੀ ਵਜਾਉਂਦਾ ਹੈ। ਚਲੋ ਵੀ ਆ ਗਿਆ ਅੱਡਾ ਦੀ ਆਵਾਜ਼ ਲਗਾਉਂਦਾ ਹੈ। ਕਵੀ ਮਸ਼ੀਨ ਵਾਂਗੂ ਬੱਸ ਚੋਂ ਉੱਠਦਾ, ਬੱਸ ਚੋਂ ਉਤਰਦਾ ਹੈ। ਮਹਿਬੂਬ ਬਾਰੇ ਕਵਿਤਾ ਸੋਚਦਾ ਹੈ। ਕੰਡਕਟਰ ਫੇਰ ਲੰਬੀ ਸੀਟੀ ਵਜਾਉਂਦਾ ਹੈ। ਚਲੋ ਵੀ ਆ ਗਿਆ ਅੱਡਾ ਦੀ ਆਵਾਜ਼ ਲਗਾਉਂਦਾ ਹੈ। ਕਵੀ ਮਸ਼ੀਨ ਵਾਂਗ ਉੱਠਦਾ, ਬੱਸ ਚੋਂ ਉਤਰਦਾ ਹੈ। ਮਹਿਬੂਬ ਬਾਰੇ ਕਵਿਤਾ ਸੋਚਦਾ ਹੈ। ਬੱਸ ਵਿੱਚ ਭੀੜ ਸੀ, ਪਸੀਨਾ ਸੀ, ਬਦਬੂ ਸੀ, ਰੌਲਾ ਸੀ, ਲੜਾਈ ਸੀ ਤੇ ਸ਼ੋਰ ਸੀ। ਬੱਸ ਵਿੱਚ ਭੀੜ, ਪਸੀਨਾ ਸੀ, ਬਦਬੂ ਸੀ, ਰੌਲਾ ਸੀ, ਲੜਾਈ ਤੇ ਸ਼ੋਰ ਸੀ। ਬੱਸ ਵਿੱਚ ਕੋਈ ਬੁੱਢਾ ਸੀ, ਜਵਾਨ ਸੀ, ਸਾਧ ਸੀ ਜਾਂ ਚੋਰ ਸੀ। ਕਵੀ ਨੇ ਇਸ ਤੋਂ ਕੀ ਲੈਣਾ? ਕਵੀ ਤਾਂ ਕਵਿਤਾ ਸੋਚ ਰਿਹਾ ਹੈ। ਕਵੀ ਕਵਿਤਾ ਸੋਚ ਰਿਹਾ ਹੈ। ਕਵੀ ਕਵਿਤਾ ਲਿਖ ਰਿਹਾ ਹੈ। ਕਵੀ ਕਵਿਤਾ ਲਿਖ ਰਿਹਾ ਹੈ। ਥੈਂਕ ਯੂ। ਬਹੁਤ ਕਮਾਲ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਤੇ ਮੈਂ ਹੁਣ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਤੇ ਧੰਨਵਾਦ ਸ਼ਬਦ ਵਜੋਂ ਡਾਕਟਰ ਕੁਲਦੀਪ ਸਿੰਘ ਦੀਪੁਰਾ ਨੂੰ ਬੇਨਤੀ ਕਰਾਂਗਾ ਕਿ ਉਹ ਇੱਕ ਤਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਤੇ ਅੱਜ ਦੇ ਪ੍ਰੋਗਰਾਮ ਦਾ ਜੋ ਕਨਕਲੂਜਨ ਹੈ ਉਹਨੂੰ ਵੀ ਸੰਖੇਪ ਜਿਹਾ ਬਿਆਨ ਕਰਨ। ਡਾਕਟਰ ਕੁਲਦੀਪ ਜੀ। ਹਾਂਜੀ ਦੋਸਤੋ, ਮੇਰੇ ਖਿਆਲ ਦੇ ਵਿੱਚ ਰਿਵਿਊ ਕਰਨ ਦੀ ਲੋੜ ਨਹੀਂ। ਅਸੀਂ ਸਾਰਿਆਂ ਨੇ ਕਵਿਤਾਵਾਂ ਨੂੰ ਬਹੁਤ ਮਾਣਿਆ। ਕਵੀ ਚਾਹੇ ਨਵੇਂ ਨੇ ਤੇ ਚਾਹੇ ਪੁਰਾਣੇ ਨੇ, ਸਾਰਿਆਂ ਨੂੰ ਅਸੀਂ ਬਰਾਬਰ ਦੀ ਸ਼ਿੱਦਤ ਨਾਲ ਸੁਣਿਆ ਤੇ ਬਰਾਬਰ ਦੀ ਸ਼ਿੱਦਤ ਨਾਲ ਮਾਣਿਆ। ਤੇ ਇਹ ਗੱਲ ਬਹੁਤ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਨਵੇਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਗੰਭੀਰਤਾ ਹੈ, ਉਹਨਾਂ ਦੀ ਕਵਿਤਾ ਦੇ ਵਿੱਚ ਵੀ ਬਹੁਤ ਸੰਜੀਦਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਵੀ ਇਸੇ ਤਰ੍ਹਾਂ ਕਵਿਤਾ ਦੇ ਅੰਬਰ ਤੇ ਛਾਉਣਾ ਹੈ। ਜਿਸ ਤਰ੍ਹਾਂ ਦੇ ਰੰਗ ਆਪਾਂ ਦੇਖੇ ਨੇ ਅੱਜ ਦੀ ਕਵਿਤਾ ਦੇ ਵਿੱਚ, ਚਾਹੇ ਮੈਡਮ ਪ੍ਰਜਿੰਦਰ ਕਲੇਰ ਹੋਰਾਂ ਦੀ ਕਵਿਤਾ, ਚਾਹੇ ਜਸਵਿੰਦਰ ਸ਼ਰਮਾ ਹੋਰਾਂ ਦੀ ਕਵਿਤਾ, ਮੀਨਾ ਮਹਿਰੋਕ, ਮੈਡਮ ਅਮਨਦੀਪ ਜੋਗਾ, ਨਿਰਮ ਜੋਸਨ, ਇਹ ਜਿਹੜੇ ਨਵੇਂ ਸ਼ਾਇਰ ਨੇ ਸਾਡੀ ਕਵਿਤਾ ਦੀ, ਜਿਨ੍ਹਾਂ ਦੀ ਆਮਦ ਹੋ ਰਹੀ ਹੈ, ਇਹਨਾਂ ਦੇ ਸ਼ਬਦਾਂ ਦੀ ਜਿਹੜੀ ਬੁਲੰਦਗੀ ਹੈ ਉਹ ਸਾਨੂੰ ਦੱਸਦੀ ਹੈ ਕਿ ਇਹਨਾਂ ਕੋਲੇ ਬਹੁਤ ਗੰਭੀਰਤਾ ਹੈ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਪੈੜਾਂ ਕਰਨੀਆਂ ਨੇ ਕਵਿਤਾ ਦੇ ਖੇਤਰ ਦੇ ਵਿੱਚ। ਅਮਰਜੀਤ ਕੌਂਕੇ, ਬਲਜੀਤ ਪਾਲ ਹੋਰੀ, ਇਹ ਤਾਂ ਸਾਡੀ ਕਵਿਤਾ ਦਾ ਮਾਣ ਹੈ ਹੀ, ਇਹਨਾਂ ਤੋਂ ਅਸੀਂ ਬਹੁਤ ਆਸਾਂ ਕਰ ਹੀ ਰਹੇ ਹਾਂ। ਸੋ ਅੱਜ ਇਹਨਾਂ ਸਾਰੇ ਅਧਿਆਪਕ ਸ਼ਾਇਰਾਂ ਨੂੰ ਸੁਣਦਿਆਂ ਤੇ ਮੰਨਦਿਆਂ ਮੈਂ ਬਹੁਤ ਆਨੰਦਿਤ ਮਹਿਸੂਸ ਕਰ ਰਿਹਾ, ਸਕੂਨ ਮਹਿਸੂਸ ਕਰ ਰਿਹਾ ਤੇ ਸਿਰਜਣਾਤਮਕ ਸਿੱਖਿਆ ਸੰਸਾਰ ਤੁਹਾਡਾ ਸਾਰਿਆਂ ਦਾ ਧੰਨਵਾਦੀ ਵੀ ਹੈ। ਇਸੇ ਤਰ੍ਹਾਂ ਆਪਾਂ ਜੁੜੇ ਰਹੀਏ, ਹੋਰ ਅਧਿਆਪਕਾਂ ਨੂੰ ਜਾਗ ਲਾਈਏ ਇਸ ਖੇਤਰ ਦੇ ਵਿੱਚ ਆਉਣ ਲਈ।
ਗੁਰਵਿੰਦਰ ਹੋਰਾਂ ਨੇ ਵੀ ਬਹੁਤ ਕਮਾਲ ਦਾ ਗੀਤ ਗਾਇਆ, ਬਾਕੀ ਸ਼ਹਿਰਾਂ ਨੇ ਵੀ ਬਹੁਤ ਕਮਾਲ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਇੱਕ ਵਾਰ ਫਿਰ ਤੁਹਾਡਾ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਰੂਪ ਦੇ ਵਿੱਚ। ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸਰ। ਧੰਨਵਾਦ। ਸ਼ੁਕਰੀਆ ਸਰ। ਸ਼ੁਕਰੀਆ ਸਰ।